ਆ ਰਿਹਾ ਵਾਂ ਤੁਹਾਡੀ ਕਿਤਾਬ ਦੇ ਵਿੱਚ ਜੋ ਕੋਈ ਹੈ ਵੇ ਉਹ ਕੰਟਰਾਡਿਕਸ਼ਨ ਹੈ ਜਾਂ ਉਹਦੇ ਵਿੱਚੋਂ ਇਹ ਗੱਲ ਨਿਕਲਦੀ ਹੈ ਜਾਂ ਤੁਹਾਡੇ ਲਿਖਣ ਵਾਲਿਆਂ ਨੇ ਗਲਤੀ ਕੀਤੀ ਹੈ ਵਟਸੋਐਵਰ ਮੈਂ ਤਾਂ ਉਹਨੂੰ ਬਿਲੀਵ ਨਹੀਂ ਕਰਦਾ ਮੇਰੀ ਨਜ਼ਰ 'ਚ ਤਾਂ ਮੁਹਰਫ ਔਰ ਮੁਬੱਦਲ ਬਾਰ ਕੈਫ ਇਹ ਮਿਰਜ਼ਾਈਆਂ ਦਾ ਇਹ ਅਕੀਦਾ ਹੈ ਕਿ ਅੱਲਾ ਦੇ ਸੱਚੇ ਨਬੀ ਦੇ ਨਾਲ ਇਹ ਸਾਰਾ ਕੁਝ ਹੋਇਆ ਹੈ ਇਸ ਵਾਅਦੇ ਦੇ ਬਾਵਜੂਦ ਜਿਹੜਾ ਅੱਲਾਹ ਤਾਲਾ ਨੇ ਕੀਤਾ ਕਿ ਅਸੀਂ ਤੈਨੂੰ ਇਹ ਬਨੀ ਇਸਰਾਇਲ ਦਾ ਜਿਹੜਾ ਹੈ ਉਹ ਦਸਤਰਸ ਤੋਂ ਮਹਿਫੂਜ਼ ਰੱਖਾਂਗੇ ਔਰ ਤੇਰੀ ਹਿਫਾਜ਼ਤ ਕਰਾਂਗੇ और असी उन्होंने हथ रोक के रखे है तेरे तो की फिर अल्लाह ताला ने हथ रोकया है इन्ने तशद्दुद तो बाद की रोकया है ये तो फिर इंज ही है ये गंदी जी मिसाल है भाई वो बंदा इन्हू गोली लग गई तो बंदा मर गया तो उन्हें शुक्र है अख बच गई है थल्ले लगी है गोली जो ते अख ते लगदी अख निकल जानी सी बंदा मर गया है तो शुक्र है अख बच गई भाई ईसा अलैहिस्सलाम नाल अगर माज़ अल्लाह तुहाडे गंदे कीदे मुताबिक अगर इन्ना तशद्दुद होया है जिन्ना तुसीं बयान करदे हो ਤੇ ਫਿਰ ਉਹ ਅੱਲਾਹ ਤਾਲਾ ਦੀ ਇਹ ਗੱਲ ਜਿਹੜੀ ਹੈ ਕਿ ਉਹਨਾਂ ਦਾ ਹੱਥ ਰੋਕੀ ਰੱਖਿਆ ਕਿ ਕਿੱਥੇ ਰੋਕੀ ਰੱਖਿਆ ਹੈ ਫਿਰ ਆਕੇ निकल तो बचाई केड़ा हथ रोक रखा सिखाई थी ना ये बात तो मैंने सिखाई थी मैंने कहा ये रोकना है ये आपके नजदीक रोकना है खुद सोचो ये रोकना है या उनके हवाले कर देना है जी हाँ ये बिल्कुल गलत गल है इन्हां दा सारा ही बातिल अकीदा है लेकिन बार कैफ ਜਿਹੜੀਆਂ ਉਹਨਾਂ ਨੇ ਆਪਣੇ ਮਿਰਜ਼ਾ ਸਾਹਿਬ ਦੀਆਂ ਇਬਾਰਤਾਂ ਤੋਂ ਥੱਲਿਓਂ ਦੇਖਿਓ ਬਗੈਰ ਉੱਤੇ ਪੈਰ ਧਰ ਸੜਿਆ ਤੇ ਥੱਲਿਓਂ ਦੜਾਲ ਦੀ ਆਵਾਜ਼ ਆ ਗਈ ਹੈ ਉਹਦੇ ਤੇ ਉਹ ਲਿਆਓ ਉਹਨਾਂ ਦਾ ਉਹ ਤਹਿਰੀਰ ਵੀ ਲਿਆਓ ਤੇ ਵੀਡੀਓ ਬਣਾਓ ਬਲਕਿ ਅੱਛੀ ਵੀਡੀਓ ਐਸ ਦੇਖੋ ਮਨਾਜ਼ਰਾ ਜਿਹੜਾ ਹੁੰਦਾ ਹੈ ਉਹ ਸੁਣ ਲਿਆ 100-200 ਲੋਕਾਂ ਨੇ ਸੁਣ ਲਿਆ ਇਹਨੂੰ ਯਾਦਗਾਰ ਬਣਾਓ ਇਹਦੇ ਵੀਡੀਓ ਕਲਿੱਪਸ ਜਿਹੜੇ ਨੇ 2-3 ਕੱਟ ਕੇ ਤੇ ਉਹਨੂੰ ਐਡਿਟ ਕਰਕੇ ਉਹਦੇ ਵਿੱਚ ਯਾਨੀ ਖੂਬਸੂਰਤ ਪਾ ਕੇ ਮਨਾਜ਼ਰ ਪਾ ਕੇ ਤਹਿਰੀਰ ਸਾਹਮਣੇ ਹੋਵੇ ਮਿਰਜ਼ਾ ਸਾਹਿਬ ਸਾਹਮਣੇ ਖਲੋਤੇ ਹੋਣ ਤੇ ਮਿਰਜ਼ਾ ਸਾਹਿਬ ਹੱਥ ਜੋੜ ਕੇ ਬਲਕਿ ਖਲੋਤੇ ਹੋਣ ਉਹ ਵੇਖੀਓ ਉਹ ਵੇਖੀ ਮੇਰੀ ਤਹਿਰੀਰ ਹੈ ਉਹਦੇ ਤੇ ਪੈਰ ਨਾ ਧਰੀ ਮੁੰਡਿਆ ਬਕਾਇਦਾ AI ਨਾਲ ਜਨਰੇਟ ਕਰਕੇ ਨਾ ਪੂਰੀ ਇਹਨਾਂ ਦੇ ਅੱਗੇ ਰੱਖੋ ਤਾਂ ਕਿ ਉਹ ਮਹਿਫੂਜ਼ ਰਵੇ ਕਿ ਇਹ ਅਨਸਰ ਰਜ਼ਾ ਸਾਹਿਬ ਨੇ ਮਿਰਜ਼ਾ ਸਾਹਿਬ ਦੀ ਬਰੂਦੀ ਸੁਰੰਗ ਦੇ ਉੱਤੇ ਪੈਰ ਧਰ ਛੜਿਆ ਇਹਨਾਂ ਨੂੰ ਪਤਾ ਹੀ ਨਹੀਂ ਲੱਗਾ ਹੈ कि ये आंदे ने कि इस तरह तो हो ही नहीं सकता तरीक पढ़ो जाके तरीक पढ़ो तो मिर्जा साहब ने तरीक पढ़ी बगैर ही ये लिख दी गल कि 30 साल तो बाद किदा फैल गया अच्छा एक दूजी गल भी कीती सर ने वो मेरे ज़हन च नहीं आ रही वो जिहड़ी बात कीती ने एक सी कि उन्हां नूं इल्म दूजी गल सी 300 साल नहीं हो एक तो 3 साल 300 साल हाँ फलम्मा तवफ़ैतनी वाला हाँ ये भी उन्होंने ये भी वीडियो ਇਹਦਾ ਵੱਖਰਾ ਕਲਿੱਪ ਬਣਾਓ ਕਿ ਦੇਖੋ ਜੀ ਉਹਨਾਂ ਨੂੰ ਇਲਮ ਨਹੀਂ ਉਹਨਾਂ ਨੂੰ ਕਿੰਨੇ ਇਲਮ ਦਿੱਤਾ ਹੈ ਇਹ ਸਵਾਲ ਤੁਸੀਂ ਮਿਰਜ਼ਾ ਸਾਹਿਬ ਦੇ ਸਾਹਮਣੇ ਖਲੋ ਕੇ ਅਨਸਰ ਰਜ਼ਾ ਮਿਰਜ਼ਾ ਸਾਹਿਬ ਨੂੰ ਸਵਾਲ ਕਰਦਾ AI ਵਿੱਚ ਨਜ਼ਰ ਆਵੇ ਕਿ ਮਿਰਜ਼ਾ ਸਾਹਿਬ ਇਹ ਉਹਨਾਂ ਨੂੰ ਕਿੰਨੇ ਇਲਮ ਦਿੱਤਾ ਹੈ ਤੁਸੀਂ ਆਂਦੇ ਹੋ ਕਿ ਉਹਨਾਂ ਦੀ ਰੂਹ ਨੂੰ ਖਬਰ ਦੇ ਦਿੱਤੀ ਗਈ ਸੀ ਈਸਾ अलैहिस्सलाम ਦੀ रूह ਨੂੰ ਅਸਮਾਨਾਂ ਤੇ ਇਹ ਖਬਰ ਦੇ ਦਿੱਤੀ ਗਈ ਸੀ ਕਿ ਤੁਹਾਡੀ ਕੌਮ ਪਿੱਛੋਂ ਗੁੰਮਰਾਹ ਹੋ ਗਈ ਹੈ ਹਾਂ ਤੇ ਭਲਾ ਕੀ ਜੇ ਇਹ ਕਸ਼ਫ ਜੇ ਮਿਰਜ਼ਾ ਸਾਹਿਬ ਦਾ ਇਹ ਇਲਾਹੀ ਖਬਰ ਜੇ ਇਹ ਵੀ ਨਹੀਂ ਹੋ ਸਕਦਾ ਕਿ ਇਲਜ਼ਾਮੀ ਜਵਾਬ ਦਿੱਤਾ ਨਾ ਇਹ ਤੇ ਕਸ਼ਫ ਹੈ ਇਹ ਲਿਆਓ ਪੂਰੀ ਤਹਿਰੀਰ ਵੇਖਨੇ ਆ ਮੇਰਾ ਖਿਆਲ ਹੈ ਕਸ਼ਫ ਤੇ ਨਹੀਂ ਹੈ ਸ਼ਾਇਦ ਉਂਝ ਹੀ ਮਿਰਜ਼ਾ ਸਾਹਿਬ ਨੇ गप छड़ी वेखना पैना मैनू याद नहीं इस वे आ रहा ये गल मिर्जा साहब ने लिखी तो है कि ईसा अलैहिस्सलाम दी रूह नू ये देखें मैं बता देता हूँ मेरे पास हवाला सामने पड़ा हुआ है मेरे पास ये हवाले पड़े हुए थे आमिर भाई मैं ऐसी नहीं है मैं आपको बता रहा हूँ आईना कमालात इस्लाम है रूहानी की जिल्द नंबर 5 है सफा नंबर है 254 मिर्जा साहब लिखते हैं और मेरे पर कशफन ये जाहिर किया गया है कि ये जहरनाक हवा अच्छा जो ईसाई कौम से दुनिया में फैल गई हजरत ईसा को इसकी खबर दी गई तब उनकी रूह रूहानी नजूल के लिए हरकत में आई और इसने जोश में आकर अपनी उम्मत को हलाक का मुफसिदा पर्दाज पाकर हलाक का मुफसिदा पर्दाज पाकर जमीन पर अपने कायम मकाम और शबीहा चाहा ठीक है कायम मकाम और शबीहा चाहा जो इसका ऐसा हम तबाह हो कि गोया वही हो
सो इसको खुदा ताला ने वादे के मुआफिक एक शबी अता की और इसमें मसीह की हिम्मत और सीरत और इबादत आगे फिर चलती है, आगे फिर हाशिया आ गया। ਇਹ ਗੱਲ ਮਿਰਜ਼ਾ ਸਾਹਿਬ ਨੇ ਕਸ਼ਫਨ ਕੀਤੀ ਹੈ। ਇਹਦੇ ਤੇ ਇਲਜ਼ਾਮੀ ਜਵਾਬ ਵੀ ਨਹੀਂ ਕਹਿ ਸਕਦੇ ਕਿ ਜੀ ਉਹ ਸਾਈਆਂ ਨੂੰ ਇਲਜ਼ਾਮੀ ਜਵਾਬ, ਨਾ, ਇਹ ਤੇ ਕਸ਼ਫ ਹੈ ਜੀ, ਤੇ ਸੱਚਾ ਕਸ਼ਫ ਹੈਗਾ। ਹੁਣ ਦੱਸੋ ਜਿਹੜਾ ਤੁਹਾਡਾ ਮੁਕੱਦਮਾ ਹੁੰਦਾ ਹੈ ਫਲम्मा तवफ़्फ़ई था नहीं, ठीक है जी, उसके अंदर वैसे तो बोलते झूठ है, पीछे बैक साइड से झूठ आ रहा है। अल्लाह का सवाल ये है ही नहीं कि क्या ऐसा तुझे पता है कि नहीं पता, सवाल तो ये है क्या तूने कहा था, ठीक है ना। लेकिन मैंने कहा आज इस बहस में जाने की बजाय सरुंगी बिछा दें, क्या फायदा है बहस करने का कि क्या कहा था। अल्टीमेट रिजल्ट है फर्जे मुहाल मान के बरूदी सुरंग बिछा दो। और ये 2-3 दफा मैंने सवाल किया, पहले नहीं आ रहे थे इस तरफ ना, बार बार मैंने किया इसके ऊपर। तो फिर मैंने आखिरी बारी में क्या, मैंने कहा जी आपने मेरे इन सवालों के जवाब नहीं दिए। 120 साल वाला कि उनको इल्म नहीं था, मैं कहता हूं उनको इल्म था। और मैंने कहा है, मैंने कहा 30 से 50 बरस के दौरान ये तसलीस का अकीदा आ गया हुआ था। अंसर रजा साहब कहते हैं पता नहीं आप कहां से गड़ के बातें कर रहे हैं। ਇਹ ਤੁਹਾਡੇ ਮਿਰਜ਼ਾ ਸਾਹਿਬ ਨੇ ਘੜ ਕੇ ਕੀਤੀਆਂ ਨੇ। अच्छा ये आखिरी गल जड़ी अगला सुन लो, एक मिनट यार, एक मिनट भाईजान, सॉरी। ऐ सुनो हुन अगली चीज, एक तो मैं थानू देता है ना कमालाते इस्लाम दा अपना आमिर भाई, ज़हर ना कवा चले। हाँ जी, अगली सुनो, चश्मा मार्फत जिल्द नंबर 23 सफा नंबर 266 266। ये तो आखिरी किताब है वैसे भी, जानदे लिख के गए। चश्मा मार्फत 1900 मेरे हिसाब से बाद 2 साल बाद छपी, 1909 में मेरा ख्याल छपी। हाँ जी। चश्मा मार्फत फरमा रहे ने इंजील पर अभी 30 बरस भी नहीं गुजरे थे कि बजाय खुदा की परस्तिश के एक आजिज इंसान की परस्तिश ने जगह ले ली। चलो, यानी हजरत ईसा को खुदा बना दिया। लो जी, इन्होंने मिर्जा साहब ने तो कोई तारीख पढ़ी नहीं है ना, क्रिश्चियनिटी दी हिस्ट्री नु पढ़िया ही नहीं है। थोड़ा बहुत मिर्जा साहब पढ़ लो, एनू ना सामने खिलार के ना AI नाल की ना सू अंसर रजा नु ते उंगल इशारा करके उन्होंने आके मिर्जा साहब थोड़ा बहुत पढ़ लें हिस्ट्री को। ये तो 300-400 साल बाद फैला का अकीदा है। फिर है पीछे ऑडियो क्लिप चले ते मिर्जा साहब अगो आखदे हो नहीं ये 30-40 साल बाद ही फैल गया। इन्होंने करन दो विकास भी करो गल। अच्छा मैं ਜਿਹੜੀ ਆਖਰੀ ਗੱਲ ਇਹਨਾਂ ਨੇ ਕੀਤੀ ਅੰਸਰ ਰਜ਼ਾ ਸਾਹਿਬ ਨੇ ਕਿ ਵਫਾਤ ਮਸੀਹ ਅਲਾ ਅਕੀਦਾ ਜਿਹੜਾ ਹੈ ਉਹ 14-1500 ਸਾਲ ਤੋਂ ਜਿਹੜਾ ਹੈ ਉਹ ਮੌਜੂਦ ਵੀ ਹੈ ਤੇ ਕੁਰਾਨ ਤੋਂ ਬਾਹਰ ਵੀ ਹੈ। ਅਗਰ ਬਫਿਲ ਫਰਜ਼ ਮੁਹਾਲ ਇਹਨਾਂ ਦੀ ਗੱਲ ਨੂੰ ਲੈ ਲਿੱਤਾ ਜਾਵੇ ਤੇ ਮਿਰਜ਼ਾ ਸਾਹਿਬ ਨੇ ਦੀਆਂ ਦਲੀਲਾਂ ਕੁਰਾਨ ਤੋਂ ਕਿਉਂ ਦਿੱਤੀਆਂ ਨੇ ਬਕੌਲ ਅੰਸਰ ਸਾਹਿਬ ਦੇ? ਇਹ ਤੇ ਅਕੀਦਾ ਹੀ ਕੁਰਾਨ ਚੋਂ ਬਾਹਰ ਹੈ। ਉਹਨਾਂ ਦੀ ਵਫਾਤ ਸਵਾਲ ਪੁੱਛਿਆ ਹੈ ਵਕਾਸ ਸਾਹਿਬ, ਉਹਦਾ ਜਵਾਬ ਉਹਨਾਂ ਨੇ ਦਿੱਤਾ ਹੀ ਨਹੀਂ, ਵੈਲ ਲੈਫਟ ਕਰ ਗਏ ਨੇ। ਮੇਰੀ ਆਖਰੀ ਟਰਮ ਦੇ ਵਿੱਚ ਮੈਂ ਤੀਜਾ ਸਵਾਲ ਇਹੀ ਕੀਤਾ ਸੀ ਕਿ ਮੈਨੂੰ ਦੱਸੋ ਕੁਰਾਨ ਦੇ ਵਿੱਚ ਕੋਈ ਆਇਤ ਐਸੀ ਹੈ ਜਿਹੜੀ ਨਜ਼ੂਲੇ ਹਜ਼ਰਤ ਈਸਾ ਅਲੈਹਿਸਸਲਾਮ ਦੁਬਾਰਾ ਦੁਨੀਆ ਦੇ ਆਉਣ ਦੇ ਬਾਰੇ ਕੋਈ ਹੈ ਦਲੀਲ? ਕੁਰਾਨ ਦੇ ਵਿੱਚ ਕੋਈ ਆਇਤ ਹੈ? ਉਹਨਾਂ ਨੇ ਇਸ ਚੀਜ਼ ਨੂੰ ਟੱਚ ਵੀ ਨਹੀਂ ਕੀਤਾ। ਹਾਲਾਂਕਿ ਇਸ ਦੇ ਟੱਚ ਕਰਦੇ ਤੇ ਇੱਕ ਹੋਰ ਕੰਮ ਪੈ ਜਾਣਾ ਸੀ। ਤੀਜੀ ਸਰੋਂਗ ਬਰੂਦੀ ਸਰੋਂਗ ਸੇ ਫਟ ਜਾਣੀ ਸੀ। ਇਹਦੇ ਬਰਕਸ ਅਗਰ ਦੇਖੀਏ ਕੁਰਾਨ ਤੋਂ ਬਾਹਰ ਹਦੀਸਾਂ ਦੇ ਵਿੱਚ ਤੇ ਤਾਰੀਖ ਦੇ ਵਿੱਚ ਉਹ ਤੇ ਨਜ਼ੂਲ ਦਾ ਅਕੀਦਾ ਮਿਲਦਾ ਹੈ ਕਿ ਉਹਨਾਂ ਨੇ ਨਾਜ਼ਲ ਹੋਣਾ ਹੈ, ਨਾ ਕਿ ਵਫਾਤ ਦਾ ਮਿਲਦਾ। ਨਹੀਂ, ਉਹਨਾਂ ਨੇ ਫਿਰ ਇਹਨੂੰ ਜੁਜ਼ਵੀ ਤੌਰ ਤੇ ਬਰੂਦੀ ਸਰੁੰਗ ਅੱਧੀ ਕੋ ਫਟ ਗਈ ਹੈ ਆਮਿਰ ਭਾਈ, ਅੱਧੀ ਕੋ ਫਟ ਗਈ ਹੈ। ਉਹ ਭਲਾ ਕਿਵੇਂ ਕਿ ਮੈਂ ਆਪਣੀ ਨਾਜ਼ਬਾਰੀ ਚ ਕਿਹਾ ਸੀ 1500 ਸਾਲ ਤੋਂ ਸਾਡਾ ਅਕੀਦਾ ਹੈ ਤੇ ਕਹਿੰਦੇ ਨੇ ਕੋਈ 1500 साल से अकीदा नहीं है, किसी ने नहीं कहा ये बात, ठीक है। तो ये बरूदी सुरंग ऑलमोस्ट ये फट गई है। क्यों? क्योंकि मिर्जा साहब ने तो खुद लिखा है कि चंद साहबा इस गलत अकीदे में माजल्ला सुम्मा माजल्ला मा अना अलैहि व असहाबी के चीथड़े उड़ाते हुए इस जमात ने, मिर्जा साहब ने ये बात लिखी है कि चंद साहबा इस गलत अकीदे में बास साहबा इस गलत अकीदे में मुब्तला थे कि हज़रत ईसा आसमान पर है। ला हौला वला कुव्वता इल्ला बिल्लाह। ਹੁਣ ਯਾਰ ਸਾਬੀਆਂ ਦਾ ਅਕੀਦਾ ਅਗਰ ਠੀਕ ਨਹੀਂ ਆਮਿਰ ਭਾਈ ਤੇ ਤੁਸੀਂ ਫਾਲੋ ਕਿਹਨੂੰ ਕਰਨਾ? ਫਿਰ ਮਾਂ ਅਨਾ ਅਲੈਹਿ ਵਾ ਸਾਹਬੀ ਤੇ ਤੁਸੀਂ ਅਮਲ ਕਿਵੇਂ ਕਰੋਗੇ? ਇਹ ਦੱਸ ਦਿਓ। बहत्तर ने 73 को
72 ने 73वें को निकाल दिया, 72 वापस आ जाओ, लौट आओ कादियानियत की तरफ, असल इस्लाम यही है, हकीकी है, आ जाओ। अच्छा जी दसो जी मान आले वा साहबी ते किवें अमल होएगा जे साहबा दे की दस ही नहीं सी। माज़ल्ला सुम्मा माज़ल्ला, नकले कुफर कुफर ना भाषद। ਅੱਛਾ ਇਹ ਅੰਸਰ ਅੱਛਾ ਰਜ਼ਾ ਸਭ ਸਾਹਿਬ ਹੁਣ ਦੀ ਨਾ ਪੁੱਛਣਾ ਬੰਦਾ ਜਦੋਂ ਉੱਥੇ ਤੁਸੀਂ ਧਮਾਕੇ ਕਰਕੇ ਆ ਗਏ ਹੋ, ਇਹ ਹੈੱਡਕੁਆਟਰ ਤੇ ਦੇਖੋ ਕਿਸ ਤਰ੍ਹਾਂ ਧਮਾਕੇ ਹੋਣ ਲੱਗੇ ਨੇ, ਉਸ ਤਰ੍ਹਾਂ ਦੇ ਧਮਾਕੇ ਕਰ ਸੜੇ ਨੇ, ਫਿਰ ਕਿਸ ਤਰ੍ਹਾਂ ਤੁਸੀਂ ਸਾਨੂੰ ਰਜੂ ਕਰਾ ਰਹੇ ਹੋ? ਉਹ ਮੈਂ ਵੇਖਿਆ ਤੁਹਾਡੀ ਸਕਰੀਨ ਤੇ ਤੁਸੀਂ ਤੇ ਬੜਾ ਜ਼ਬਰਦਸਤ ਜਿਹੜਾ ਹੈ ਉਹ ਕਰ ਦਿੱਤੇ ਨੇ। ਮਸ ਬਹੁਤ ਆਲਾ ਜੀ। ਵਕਾਸ ਭਾਈ ਆਪ ਬਾਤ ਕਰ ਲੈ ਯਾਰ। ਮੈਂ ਕਹਿ ਰਿਹਾ ਸੀਗਾ ਕਿ ਅਗਰ ਇਹਨਾਂ ਦੀ ਤੁਸੀਂ ਅੰਸਰ ਰਜ਼ਾ ਮੁਰੱਬੀ ਦੀ ਕਾਬਲੀਅਤ ਦੇਖਣੀ ਹੈ ਤੇ ਤੁਸੀਂ ਅੱਜ ਨਾ ਦੇਖੋ, ਅੱਜ ਤੋਂ 4 ਸਾਲ ਪਹਿਲੇ ਇਹਨਾਂ ਦੀ ਇੱਕ ਨਾ ਮਤਲਬ ਕਹਿ ਲਓ ਕਿ ਬਹਿਸ ਹੋਈ ਸੀ ਮੁਹੰਮਦ ਸ਼ੇਖ ਦੇ ਨਾਲ, YouTube ਦੇ ਉੱਤੇ ਮੌਜੂਦ ਹੈਗੀ ਆ। ਤੇ ਮੁਹੰਮਦ ਸ਼ੇਖ ਨੇ ਦੇਖੀ ਮੈਂ ਜਿਨ੍ਹਾਂ ਕੋਲੋਂ ਸਵਾਲ ਕੀਤਾ ਕਿ ਤੁਸੀਂ ਗੁਲਾਮ ਅਹਿਮਦ ਕਾਦੀਆਨੀ ਨੂੰ ਮੰਨਦੇ ਹੋ ਨਬੀ, ਤੇ ਕਿੱਥੋਂ ਲੈਂਦੇ ਹੋ? ਉਹਨਾਂ ਨੇ ਆਖਿਆ ਜੀ ਇਹ ਕੁਰਾਨ ਦੇ ਵਿੱਚ ਦਲੀਲ ਹੈ। ਤੇ ਮੁਹੰਮਦ ਸ਼ੇਖ ਉਹਨਾਂ ਦੇ ਸਾਹਮਣੇ ਕੁਰਾਨ ਫੜ ਕੇ ਕਹਿੰਦਾ ਹੈ ਕਿ ਮੈਨੂੰ ਦੱਸੋ ਕੁਰਾਨ ਦੀ ਕਿਹੜੀ ਆਇਤ ਕਹਿੰਦੀ ਹੈ ਕਿ ਉਹ ਨਬੀ ਨੇ। ਮੈਂ ਵੀ ਮੰਨ ਲਿਆਂਗਾ। ਆਲੇ ਇਮਰਾਨ ਕੀ ਕਾਸੀ ਪੇਸ਼ ਕਰ ਦੀ ਥੀ ਮੁਸੱਦਿਕ ਰਸੂਲ। ਉੱਥੇ ਤੁਸੀਂ ਉੱਥੇ ਉਹਦੀ ਕਾਬਲੀਅਤ ਦਾ ਅੰਦਾਜ਼ਾ ਲਾ ਲਓ کہ جو مصدق رسول پیش کیتا ہے تو وہ جواب کی ملے۔ یار آپ اندازہ لگائیں ایک آیت جو خاصہ محمد صلی اللہ علیہ وسلم ہے، ٹھیک ہے، آج تک کسی نے، بس شمول مرزا غلام احمد قادیانی صاحب کے، اس آیت سے مصدق رسول کوئی اور مراد ہے ہی نہیں۔ اور آج کل کے مربیان یہاں سے مرزا غلام احمد قادیانی صاحب کو ثابت کرتے ہیں، بالخصوص انصر رضا صاحب۔ اور یہ عقیدہ انہوں نے کہاں سے لیا ہے؟ راجے کی سے، وہ جو صحابی تھے اور کشف ہوتے تھے اور الہام ہوتے تھے اور مناظر تھے بہت بڑے، یہ ان کا پھیلایا ہوا عقیدہ، الفضل کا حوالہ بھی ہے اس میں۔ اس نے تو بلکہ یہ کہا ہے کہ جو کہتا ہے نا ذلی بروزی غیر حقیقی، غلط ہے۔ مرزا صاحب نبی ہیں، پکے ٹھکے نبی۔ تو یہ بھی بات ہوئی ہوئی ہے ان کے ساتھ، تو ان کے مطابق یہ بھی چیز اگر ان کا اصول بھی مان لیا جائے نا، پھر بھی یہ مرزا صاحب کو ثابت نہیں کر سکتے، کیونکہ انصر رضا صاحب نے جو اصول بنایا تھا وہ یہ تھا کہ نبی اور رسول وہ ہوتا ہے جس کو کتاب اور حکمت میں سے دیا جاتا ہے، ٹھیک ہے جی۔ تو اگر یہ مان لیا جائے کہ لازم آ گئی، اب نبی کے لیے شرط ہو گئی کتاب اور حکمت میں سے دینا، تو پھر یہ بتا دیں کہ اگر آپ نے ان کو مصدق رسول قرار دینا ہے تو بتا دیں کتاب دکھا دیں مرزا صاحب کی۔ یہ میں نے ان کو آرگیومنٹ پیش کیا تھا جب ختم نبوت پہ میرا ان کے ساتھ مناظرہ ہوا تھا، پہلا مناظرہ، اس کا ان کے پاس کوئی جواب نہیں تھا، دونوں سائڈ سے لاک ہو گئے تھے۔ پھر وہ ضرورت کی طرف گئے تو پھر ضرورت پہ بھی ہوا۔ تو خیر یہ ہے، اس کے اندر اور بھی بہت ساری باتیں ہیں مناظرے کے بڑی اندر۔ حیرت ہوندی ہے کہ پوری جماعت دے اندر کوئی ایک مجموعی عقیدہ نہیں نظر آندا، ہر دوسرا بندہ جڑا ہے وہ ایک مختلف تعویل پیش کرتا ہے، کیونکہ الہی جماعت ہے تو انہوں نے کچھ سمجھانا والا ہے۔ کسی بھائی نے گل کرنے کر لو، میں ایک حکمت پڑھ لوں، میں نے سب بس یہی گل میں کہنی تھی کہ اپنا جس طرح وہ نہیں ہوندا وکاس، میرا جسم میری مرضی، میری جماعت میری مرضی، میرا عقیدہ میری مرضی، اے وے گل اصل۔ لیکن ادھر انہاں نوں عمر زئیو 40 دے قریب لوگ بیٹھے نے۔ بنسبت صاحب ایک منٹ بس منو حکمت پڑھن دو، انہوں نے ثابت دعائیے۔ حکمت نمبر 281 نہج البلاغہ، آنکھوں کا دیکھنا حقیقت میں دیکھنا نہیں، کیونکہ آنکھیں کبھی اپنے اشخاص سے غلط بیانی بھی کر جاتی، مگر عقل اس شخص کو جو اس سے نصیحت چاہتا ہے کبھی فریب نہیں دیتی۔ وآخر دعوانا الحمدللہ رب العالمین۔ اللہ تعالیٰ توانوی اور ثانوی عقل شخص بلندی توفیق عطا فرمائے، تشہدولہ شادی چویاں تو دور رہتے تو بچے رہن دی توفیق عطا فرمائے۔ صلوات علی محمد وعلی محمد صلی اللہ محمد وعلی محمد۔ جی وقاص صاحب کرو گل۔ اچھا ایک اور مزیدار، میں بلکہ سوری معذرت میں پھر روک رہا تھانوں، عامر بھائی موجود ہو، ایک اور بڑی مزیدار گل ہوئی، تسی چلے گئے سی ادوں، سنو گل سنانی تانوں۔ سن رہے نے اوکی کہی تو بس بیزی ہوندے نے، لیکن بلوٹوتھ کان نوں لگیا ہونا نے۔ وہ گل ایسی وہ مینوں پیش کیتی انہوں نے
मल मसीह इब्न मरियम इल्ला रसूल कद खलत मिन क़ब्लिहि रसूल व उम्मुहु सिद्दीका काना याकुलानि ताम। यहाँ एक पेश की थी सूरह अंबिया, तो पहले रसूल बनाया कि हमने कोई ऐसा रसूल नहीं भेजा कि जो खाता पीता ना हो, ठीक है जी। वहां से रसूल बनाया, मैंने कहा रसूल से मैं एग्री करता हूं। आगे आगे काना याकुलानि ताम, कहते जी देखें यहां पर जो है वो खाना खाया करते थे दोनों। अब क्योंकि हजरत मरियम फौत हो चुकी हैं, इसलिए ये मानना पड़ेगा कि हजरत ईसा भी फौत हो चुके हैं। जब मैंने ये असूल देखा तो उसको मैंने वापस इनकी तरफ पलटाया। मैंने कहा जी देखें, पहली बात तो ये है कि अगर आप हजरत मरियम सलामुल्लाहि अलैहा जो हैं उनकी मौत से हजरत ईसा की मौत साबित करने के लिए ये दलील ले रहे हैं, तो पहले आपको हजरत मरियम सलामुल्लाहि अलैहा की मौत कुरान से दिखानी होगी, नंबर 1। नंबर 2, अगर दिखा भी दें फिर भी ये दलील आपकी सही नहीं है। कैसे? क्योंकि अगर तो आप ये कह दें कि हजरत ईसा अलैहिस्सलाम को और हजरत मरियम सलामुल्लाहि अलैहा को दोनों को एक ही लम्हे में मौत आई, एक ही वक्त में, फिर आपका असूल फिर भी गौर तलब है। लेकिन अगर उनके वफात के दरमियान में एक लम्हे का भी फर्क है, तो उस लम्हे के दौरान ये वाली आयत आपके असूल के मुताबिक वो रिजल्ट नहीं दे सकती, वो कंक्लूजन नहीं दे सकती जो आप यहां से निकालते हैं कादियानी। क्यों? वरना क्या होगा? वरना फिर मेरा असूल होगा। कैसे? कि मैं ये कहूं कि मैं और मेरे दादा खाना खाया करते थे, मेरे दादा फौत हो चुके हैं, मैं अभी भी जिंदा हूं। क्या मेरा ये कह देना कि मैं और मेरे दादा खाना खाया करते थे, क्या इस बात पे दलील है कि मैं भी मर गया हूं? तो काना याकुलानि ताम वाली बात के ऊपर भी जो असूल कादियानियों ने बनाया है, तो सवाल एक ही है कि यह साबित कर दो कि एक ही लम्हे में उन दोनों की वफात हुई, और इसके अलावा कोई और ऑप्शन बचता ही नहीं है। फिर मैंने उनको यह भी कहा कि फिर आपको कश्मीर में 2 कब्रें दिखानी होंगी, एक नहीं, फिर एक से काम नहीं चलेगा। अगर आपने रब्वा वाली बात, क्योंकि उसने रब्वा वाली बात पेश की थी ना कि हमने पनाह दी ईसा अलैहिस्सलाम को और उनकी वालिदा को, दोनों को चश्मों वाली जगह पे, ऊंची चश्मों वाली जगह पर, तो उसका जवाब भी मैंने इनको दिया था। मैंने कहा था जी वो तो आपने पता नहीं कश्मीर कहां से आपने बना दिया है, लेकिन अगर इस बात को भी मान लिया जाए तो आपको फिर 2 कब्रें दिखानी होंगी, एक नहीं 2 कब्रें फिर आप दिखाएं मुझे, हजरत मरियम की कब्र दिखा दें कश्मीर में, तो क्योंकि दोनों इकट्ठे गए हैं। अगर ये सलीबी वाक़े के बाद की पनाह है तो हम तो समझते हैं ये सलीबी वाक़े से बाद की है ही नहीं, ये तो उस वक़्त का मामला है जिस वक़्त हजरत ईसा पैदा हुए हैं। वो जो चश्मा जारी हुआ है, जिसका पानी आया है, फिर जिस पर हुक्म आया है कि खजूरों को हिलाओ, दरख्त को हिलाओ तो ताज़ा ताज़ा खजूरें तुम्हारे ऊपर गिर जाएंगी, ये तो उस वक़्त की बात है। इन लोगों ने उसको भी बदल के कश्मीर बना दिया हुआ है। और अगर ये इनका मंतक दुरुस्त हो तो फिर मानना पड़ेगा कि सलीबी वाक़े के बाद हजरत ईसा अलैहिस्सलाम और हजरत मरियम सलामुल्लाहि अलैहा ये दोनों कश्मीर गए हैं, एक नहीं जा सकता, दोनों जाएंगे, दोनों को पनाह मिलेगी, दोनों को फिर काना याकुलानि ताम के तहत दोनों को बैक वक्त मौत आनी चाहिए, फिर यहां से वफात ईसा साबित होती है, वरना साबित नहीं होती। रूट से रुकते आ जाते हैं जड़ी कुरान करीम फुरकान हमीद अंदर आयत मौजूद है कि अल्लाह ताला ने ਉਹਨਾਂ ਇੱਕ ਰਫਾ ਜਗ੍ਹਾ ਉੱਚੀ ਜਗ੍ਹਾ ਦੇ ਉੱਤੇ ਉਹਨਾਂ ਦੀ ਵਾਲਦਾ ਨੂੰ ਲੈ ਕੇ ਗਏ। ਉਹ ਜਗ੍ਹਾ ਕਿਹੜੀ ਹੈ? ਅਹਲੇ ਸੁਨਨਤ ਵਲ ਜਮਾਤ ਦੇ ਮੁਫੱਸਿਰੀਨ ਕੀ ਕਹਿੰਦੇ ਨੇ? मुफस्सरीन दा तुसी जेड़ा मेरे को पूछ रहे हो, मेरे सामने मुफस्सरीन दे अकवाल ते नहीं है, आमिर भाई दस देंगे, मैं देख लांगा उन्होंने। लेकिन जेड़ा मंतकी नतीजा निकलदा है ना, वो यही निकलदा है कि जदों दोवां नूं पनाह दित्ती गई ते दोवें अगर इन्हां दे मुताबिक है पनाह दा वाकया कश्मीर जान दा होया है, और सरूद सीकर नीचे जो है ना वो बिल्कुल पागल हो गया है। सरूद सीकर उत्ते आओ जरा, मैं मरी च कबर दिखाना तुहानूं, गल है ही नहीं।
ਤੁਹਾਡੀ ਦਲੀਲ ਫੇਰ ਵੀ ਨਹੀਂ ਚੱਲਣੀ, ਮੇਰੀ ਦਲੀਲ ਗੌਰ ਨਾਲ ਸੁਣੋ ਜੀ। ਟਰੂਥ ਸੀਕਰ ਸਾਹਿਬ ਇਹਦਾ ਜਵਾਬ ਲੈ ਕੇ ਆਓ ਵੱਡੇ ਮਰਬੀਆਂ ਕੋਲੋਂ। दलील है वे काना याकुलानी ताम, वो खाना खाया करते थे। इससे आप दलील पकड़ते हैं कि हजरत ईसा फौत हो चुके हैं। ठीक है जी। अब ये दलील उस वक्त कारगर आएगी अगर उन लोगों की, उन दोनों की मौत बैक वक्त हुई हो, एक ही लम्हे में हुई हो। अगर एक भी लम्हा ऐसा है कि जिसके अंदर हजरत मरियम फौत हो चुकी हैं, और करीबे के आस बात यही है कि वो उनसे उम्र में बड़ी थी, जाहिर है उनकी माँ थी, तो जब हजरत ईसा अलैहिस्सलाम 120 साल जिंदा रहे तो ऑलरेडी उनकी को उम्र होगी ना, 120 साल से ज्यादा ही होगी ना। तो करीबुल क़ियास सबसे ज्यादा मंतकी बात यही है कि हजरत मरियम सलामुल्लाह अलैहा को पहले वफात हुई। अब आपका अकीदा ये कहता है काना या कुलानी ताम, वो खाना खाया करते थे। अगर ये बात आप हमें बताएं और थे से दलील लें तो फिर आपको ये बताना होगा कि इस आयत को अगर आपने उसी तरीके से इंप्लीमेंट करना है 110%, तो फिर आपको एक ही लम्हे में दोनों की मौत माननी पड़ेगी। जबकि आपने खुद नीचे लिख दिया है कि हजरत मरियम सलामुल्लाह अलैहा की मौत तो आपके मुताबिक उनकी वफात जो है वो मरी में उनकी कब्र है। ये पता नहीं आपने कहां से रिसर्च कर ली है। हंस के आपका पेट दर्द हो रहा है, बिल्कुल मुझे पता है, क्योंकि ये आपके अकीदे ना कुरानी है ना कहीं और से हैं, इसीलिए उन्हीं का पोस्टमार्टम हो रहा है ना, इसलिए आप हंस रहे हैं। ऊपर आए, हिम्मत करें जरा, ऊपर आके बात करें। शाह साहब ने भी बिजली दी तार अच फड़ी है तो कह रहे ना उत्ते आए, कहते दे आते जाइए। आजा आजा उत्ते आजा आजा, तू सीकर कदी ते टाए चढ़ मेरे। शाह साहब रूथ सीकर सिर्फ रूथ सीकर सिर्फ चढ़दे हत्ते आमिर नजीर भाई दे ਜਿਹਦੇ ਕੋਲੋਂ ਪੂਰੀ ਦੁਨੀਆ ਭੱਜਦੀ ਏ, रूथ सीकर ਉਹਦੇ ਹੱਥੇ ਚੜ ਜਾਂਦਾ ਜੀ। अच्छा शाह साहब कुरान मौजूद है ਤੁਹਾਡੇ ਕੋਲ, खोल सकते हो अगर मुमकिन है? खोल तो मैं सकता हूं। आयत नंबर 50 ਜਿਹੜੀ ਹੈ ਨਾ, ਕਿ ਹਮੇਸ਼ਾ ਮਰਜ਼ਈ ਇਤਰਾਜ਼ ਕਰਦੇ ਨੇ ਇਹਦੇ ਉੱਤੇ। ਕਿਹੜੀ ਆਇਤ ਹੈ? सूरह अल-मोमिनून आयत नंबर 50। मफहूम की है, दस दियो। ये ਜਿਹੜੀ ਅਸੀਂ ਗੱਲ ਕਰ ਰਹੇ हैं ना, और हमने ईसा इब्न मरियम और इसकी माँ आयत बनाया, और हमने इन दोनों को एक ऊंची जमीन पर बना दी जो करार और चश्मे वाली थी। देखो मर जाएंगे, हो देखो निकले ना कश्मीर, उत्थे वादियां है ना, पहाड़ है ने, नहरा है ने, नहीं तो नहीं ने। अच्छा अच्छा एक और बड़ी हजरत मरियम के पहले चार लिखे, जरा वजाहत करो ना। मरियम के पहले अल्फाज में मरी है, पहले चार हर्फ पढ़ दो। चलो, मरियम के ये होते हैं, हजरत मरियम अलैहिस्सलाम के पहले चार हर्फ बोलो जरा। कैसा है कैसा है, बोलो फिर। बस यही कुछ रह गया ਤੁਹਾਡੇ ਕੋਲ। या अल्लाह, बोलो तो सही, हमारा पाला पड़ गया है। बोलो। कहते हैं जी पहले मरियम सलामुल्लाह अलैहा के नाम के पहले हर्फ पढ़ दो, मीम रा और या। अरे पढ़ दे यार मेरे कहने पे। जी जी वही पढ़ रहा हूँ। मीम है ही चार लफ्ज रा और या। मीम, हाँ जी, मीम जबर रे ये। और ट्रुथ सीकर तो आखिरी दो हरफ पढ़ दे। हाँ, मरियम दे आखिरी दो हरफ पढ़ दे। मतलब पहले चार हरफ पढ़ दे। तू आखिरी दो पढ़ के हाँ तन भाई एक शाय पहले चार हरफ से पढ़ दे। नहीं पढ़ दे, चल विश्कार ले दो ही पढ़ दे, विश्कार ले दो ही पढ़ दे। मरी हो गया ना, अगला भी छड़ दे, पिछला भी छड़ दे, विश्कार ले दो हरफ पढ़ दे। ਤੁਸੀਂ ਪੜ੍ਹਦੇ ਨਹੀਂ ਪਏ। ਅੱਛਾ ਗੱਲ ਸੁਣ, ਰਾਤੀ ਕੀ ਰੋਲਾ ਪਿਆ? ਕਹਿੰਦੇ ਸੈਣੀ ਸਾਹਿਬ ਦੀ ਬਰਾੜ ਜਾਂਦੇ ਨੇ, ਉਹ ਸੈਣੀ ਸਾਹਿਬ ਜਾਣ ਕੇ ਵੇ ਹੋ ਜਾਂਦੇ ਨੇ ਤੇ ਤੁਹਾਨੂੰ ਗਾਲਾਂ ਪਾਉਂਦੇ ਨੇ ਤੇ ਛੱਤ ਕੀ। यार वो पता नहीं क्या चक्कर है यार, बैठे बैठे एकदम ही गालियां शुरू कर देते हैं यार। ਤੁਸੀਂ ਤੇ ਬੋਲਦੇ ਹੀ ਨਹੀਂ ਤੇ ਤੁਹਾਨੂੰ ਵਨ ਵੇ ਗਾਲਾਂ ਕੱਢਣ। ਕਿੰਨੇ ਗਾਲਾਂ ਕੱਢੀਆਂ ਤੁਹਾਨੂੰ? ਗੱਲ ਕਿਸੇ ਹੋਰ ਦੀ ਹੋ ਰਹੀ ਹੁੰਦੀ ਹੈ ਤੇ ਵਿੱਚ ਆ ਕੇ ਗਾਲਾਂ ਕਿੰਨੇ ਕੱਢੀਆਂ? ਹੁਣ ਬੰਦਾ ਕਰੇ ਕੀ? ਹੋਇਆ ਕੀ ਹੈ? ਉਹ ਬਸ ਅਲੀ ਵਾਲਾ ਜੋ ਪਤਾ ਨਹੀਂ ਕੀ ਟੈਨਸ਼ਨ ਪਈ ਹੈ। ਅਲੀ ਵਾਲਾ ਬਗੈਰ ਵਜ੍ਹਾ ਤੋਂ ਸ਼ੁਰੂ ਹੋ ਗਿਆ ਸੀ ਕਿ ਕੋਈ ਸ਼ਰਾਰਤ ਕੀਤੀ ਉਹਦੇ ਨਾਲ? ਨਹੀਂ ਉਹ ਮਸਲਾ ਹੈਗਾ, ਦਲੀਲ ਨਾਲ ਗੱਲ ਹੋ ਰਹੀ ਹੁੰਦੀ ਹੈ ਤੇ ਵਿੱਚ ਗੱਲ ਕਿਸੇ ਹੋਰ ਦੀ ਹੋ ਰਹੀ ਹੁੰਦੀ ਹੈ।
ਤੇ ਵਿੱਚ ਆ ਕੇ ਉਲਟੀ ਪੁਲਟੀ ਜਿਹੜਾ ਇਲਜ਼ਾਮਬਾਜ਼ੀ ਸ਼ੁਰੂ ਹੋ ਜਾਂਦੀ ਹੈ ਤੇ ਬੰਦਾ ਕਹਿੰਦਾ ਕਿ ਇਲਜ਼ਾਮਬਾਜ਼ੀ ਤੋਂ ਰੁਕ ਜਾਓ, ਫਿਰ ਕੋਈ ਹੋਰ ਆ ਜਾਂਦਾ ਹੈ, ਫਿਰ ਦੂਜਾ ਆ ਜਾਂਦਾ ਹੈ, ਫਿਰ ਤੀਜਾ ਆ ਜਾਂਦਾ ਹੈ, ਫਿਰ ਗੱਲਾਂ ਉਹ ਨਿਸ਼ਾਨ ਆ ਗਿਆ, ਉਹਨੂੰ ਪਤਾ ਨਹੀਂ ਕੀ ਤਕਲੀਫ ਹੋਈ, ਬਹੁਤਾ ਹੀ ਉਹ ਜਿਹੜਾ ਨਾ ਕੀ ਜਜ਼ਬਾਤੀ ਜਿਹਾ ਹੋਇਆ ਸੀ। जिशान और जिन्हें कादियानियत छोड़ी इस्लाम को। अच्छा ਕਾਦੀਆਨੀਅਤ ਕੀ ਛੋੜਨੀ ਹੈ, ਅੱਛਾ ਜਮਾਤ ਤੋਂ ਕੱਢਿਆ ਗਿਆ ਸ਼ਾਇਦ। ਸਵਾਲ ਹੈ ਤੁਹਾਡੀ ਤੇ ਫਿਰ ਖਿਦਮਤ ਦੇ ਵਿੱਚ। ਉਹਨੇ ਫਿਰ ਬੋਲਣਾ ਤੂੰ ਬੋਲਣ ਹੀ ਨਾ ਦੇ ਮੈਨੂੰ। ਮੈਂ ਕਿਹਾ ਯਾਰ ਕੀ ਹੋ ਗਿਆ ਇੱਕਦਮ ਹੀ। ਫਿਰ ਗੱਲਾਂ ਮੈਨੂੰ ਕਰਨ ਲੱਗ ਪਏ, ਕੋਈ ਗੱਲਾਂ ਲਾਉਣ ਲੱਗ ਪਏ ਤੇ ਮੈਂ ਅੱਗੋਂ ਕਿਹਾ ਕਿ ਯਾਰ ਤੂੰ ਹੁਣ ਕੀ ਬਿਲਕੁਲ ਹਰਕਤਾਂ ਕਰ ਰਿਹਾ, ਗਾਲੀ ਬਾਤਾਂ ਵੰਗਰ ਦੀਆਂ। सैनी साहब कितने से? ਤੇ ਉਹ ਫੌਰਨ ਹੀ ਅਲੀ ਵਾਲਾ ਜਿਹੜੇ ਸਾਡੇ ਕਾਬਲਿੰਗ ਤੇ ਆ ਗਿਆ। काबरीन ते आ गए। तो सैनी साहब मैं कितने से? ਸੈਣੀ ਸਾਹਿਬ ਮੈਂ ਕਹਿੰਦਾ ਤੇ ਸੈਣੀ ਸਾਹਿਬ ਉੱਥੇ ਮੌਜੂਦ ਹੀ ਕੋਈ ਨਹੀਂ, ਗਾਇਬ। जानबूझ के गायब हो गए। ਪਰ ਇਹ ਹਿਸਾਬ ਕਿਤਾਬ ਚਲੋ ਹੈ। ਇਹ ਅੱਜ ਕਿਹੜਾ ਪਹਿਲਾ ਮੌਕਾ ਹੈ। अच्छा वकास भाई ਬੈਠੇ ਪਤਾ ਨਹੀਂ ਕੀ ਹੁੰਦਾ ਇਹ ਬੈਠੇ ਨਾ ਐਸ਼ੈਂਸ਼ਾ। ਅੱਛਾ ਭਲਾ ਕਹਿੰਦਾ ਮੈਂ ਪੜ੍ਹਾ ਲਿਖਿਆ, ਪਤਾ ਇਹਨੂੰ ਕੀ ਹੁੰਦਾ ਹੈ, ਦਲੀਲ ਨਾਲ ਗੱਲ ਹੋਣੀ ਇੱਕਦਮ ਆ ਕੇ। ਚਲੋ ਉਹਨਾਂ ਨੂੰ ਸੁਣਾਉਂਦੇ ਹੋ, ਸੁੱਤੇ ਨੇ ਅਮਰੀਕਾ, ਸੁੱਤੇ ਨੇ, ਤੁਸੀਂ ਵਿਕਾਸ ਭਾਈ ਨਾਲ ਗੱਲ ਕਰ ਲਓ, ਸੁੱਤੇ ਨੂੰ ਸੁਣਾਓ। ਮੈਂ ਕਿਹਾ ਟੋਸੀਕਰ ਸਾਹਿਬ ਇੱਕ ਸਵਾਲ ਸੀਗਾ ਤੁਹਾਡੀ ਖਿਦਮਤ 'ਚ, ਜੀ ਅਗਰ ਮੁਨਾਸਬ ਸਮਝੋ ਤੇ ਅਰਜ਼ ਕਰਾਂ। ਜੀ ਸਵਾਲ ਤੇ ਡਿਪੈਂਡ ਕਰਦਾ। ਸਵਾਲ ਬੜਾ ਸਿੰਪਲ ਸਾਦਾ ਹੈ ਕਿ ਕਿਆਮਤ ਵਾਲੇ ਦਿਨ ਹਰ ਨਬੀ ਦੇ ਨਾਲ ਉਹਦੀ ਉਮਤ ਜਿਹੜੀ ਹੈ ਉਠਾਈ ਜਾਏਗੀ, ਜਾਂ ਹਰ ਉਮਤ ਦੇ ਨਾਲ ਉਹਨਾਂ ਦਾ ਜਿਹੜਾ ਨਬੀ ਗਵਾਹ ਦੇ ਤੌਰ ਤੇ ਜਿਹੜਾ ਲਿਆਇਆ ਜਾਏਗਾ। ਤੇ ਮਿਰਜ਼ਾ ਸਾਹਿਬ ਕਿਆਮਤ ਦੇ ਦਿਨ ਉਮਤੀ ਦੀ ਹੈਸੀਅਤ ਨਾਲ ਆਉਣਗੇ ਜਾਂ ਨਬੀ ਦੀ ਹੈਸੀਅਤ ਨਾਲ? ਦੁਬਾਰਾ ਸਵਾਲ ਕਰਨਾ। ਮੈਂ ਕਿਹਾ ਜੀ ਕੁਰਾਨ ਇਸ ਗੱਲ ਤੇ ਦਲੀਲ ਦਿੰਦਾ ਹੈ ਕਿ ਹਰ ਉਮਤ ਦੇ ਵਿੱਚੋਂ ਜਿਹੜਾ ਉਹਦਾ ਗਵਾਹ ਨਬੀ ਜਿਹੜਾ ਹੈ ਉਠਾਇਆ ਜਾਏਗਾ, ਜਿਹੜਾ ਉਹਨਾਂ ਦੀ ਗਵਾਹੀ ਦੇਗਾ। ਤੇ ਕਿਆਮਤ ਵਾਲੇ ਦਿਨ ਮਿਰਜ਼ਾ ਸਾਹਿਬ ਐਜ਼ ਆ ਉਮਤੀ ਉਠਾਏ ਜਾਣਗੇ ਜਾਂ ਐਜ਼ ਆ ਨਬੀ ਉਠਾਏ ਜਾਣਗੇ? ਅਜੀਬ ਜਿਹਾ ਸਵਾਲ ਹੈ, ਮੈਂ ਹੁਣ ਕੀ ਕਰਾਂ ਦਾ। ਸਵਾਲ ਅੱਛਾ ਹੈ। ਇਹ ਪਾਕਟ ਬੁੱਕ ਚ ਨਹੀਂ ਨਾ ਹੋਣਾ, ਇਹ ਨਦਾਰਦ ਆ ਜਾਂਦਾ ਬਾਹਰੋਂ ਨਾ, ਆਊਟ ਆਫ ਸਿਲੇਬਸ। ਨਹੀਂ ਅੱਲਾ ਦੇ ਕੰਮ ਅੱਲਾ ਜਾਣੇ। ਆਊਟ ਆਫ ਸਿਲੇਬਸ नहीं वो आउट ऑफ सिलेबस की 10वीं का पेपर है, मैट्रिक का पेपर है क्या आउट ऑफ? ਲੇਕਿਨ ਸਰਕਾਰੀ ਮੁਸਲਮਾਨਾਂ ਸਾਡੇ ਨਬੀ ਤੇ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਨੇ ਤੇ ਅਸੀਂ ਤੇ ਉਹਨਾਂ ਦੀ ਉਮਤੀ ਆ ਨਾ। ਤੇ ਅਗਰ ਤੁਸੀਂ ਸ਼ਫਾਅਤ ਦੀ ਗੱਲ ਕਰ ਰਹੇ ਹੋ ਜਾਂ ਕਿ ਕਿਹਨਾਂ ਦੇ ਥੱਲੇ ਅਸੀਂ ਹੋਵਾਂਗੇ, ਤੇ ਉਹ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦੇ ਥੱਲੇ ਹੋਵਾਂਗੇ। ਨਹੀਂ ਗਵਾਹ ਦੇ ਸੂਰਤ ਨਾਲ ਨਾ, ਗਵਾਹੀ ਲੈਣ ਵਾਸਤੇ ਅੱਲਾ ਹਰ ਉਮਤ ਦੇ ਵਿੱਚੋਂ ਉਹਦਾ ਨਬੀ ਜਿਹੜਾ ਹੈ ਮਬੂਸ ਕਰੇਗਾ ਗਵਾਹੀ ਦੇ ਤੌਰ ਤੇ, ਜਿਹੜਾ ਦੱਸੇਗਾ ਉਹਨਾਂ ਦੇ ਬਾਰੇ। ਹਾਂ ਉਹ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਸਾਡੀ ਅਸੀਂ ਜਿਹੜੀ ਉਮਤ ਹੈ ਉਹ ਤਾਂ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦੀ ਹੈ ਨਾ। ਮਿਰਜ਼ਾ ਸਾਹਿਬ ਦੀ ਨਬੂਵਤ ਦਾ ਜਿਹੜਾ ਟਾਈਟਲ ਉਹ ਤੇ ਉਹਨਾਂ ਦੇ ਉਮਤੀ ਹੋਏ ਨਾ। ਛਿਨ ਜਾਏਗਾ। ਵਕਾਸ ਸਾਹਿਬ ਇਹ ਪੁੱਛ ਰਹੇ ਨੇ ਕਿ ਮਿਰਜ਼ਾ ਸਾਹਿਬ ਬਤੌਰੇ ਗਵਾਹ ਦੇ ਠਾਏ ਜਾਣਗੇ ਕਿ ਬਤੌਰੇ ਉਮਤੀ ਦੇ ਠਾਏ ਜਾਣਗੇ, ਇਹ ਸਵਾਲ ਕਰ ਰਹੇ ਨੇ। ਸਿੰਪਲ ਸਵਾਲ। ਨਬੀ ਜਿਹੜੇ ਨੇ ਉਹ ਗਵਾਹ ਹੋਣਗੇ ਉਮਤੀਆਂ ਦੇ ਉੱਤੇ। ਹੁਣ ਮਿਰਜ਼ਾ ਸਾਹਿਬ ਕੀ ਨੇ, ਗਵਾਹ ਨੇ ਕਿ ਉਮਤੀ ਨੇ ਜਦੋਂ ਉਠਾਏ ਜਾਣਗੇ? ਸਾਨੂੰ ਕੀ ਪਤਾ ਕਿ ਕਿਸਾਨ ਇੱਕ ਪਹਿਲੂ ਸੇ ਮਿਰਜ਼ਾ ਸਾਹਿਬ ਨੇ ਦੱਸਿਆ ਨਹੀਂ, ਇੱਕ ਪਹਿਲੂ ਸੇ ਗਵਾਹ ਤੇ ਇੱਕ ਪਹਿਲੂ ਸੇ ਉਮਤੀ। ਕਿਆਮਤ ਦੇ ਦੌਰਾਨ ਕੀ ਹਿਸਾਬ ਕਿਤਾਬ ਹੋਣਾ ਹੈ ਸਾਨੂੰ ਕੀ ਪਤਾ। ਜੋ ਹੈ ਪਤਾ ਕਿ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਦੀ ਸ਼ਫਾਅਤ ਦੀ ਕੁਰਾਨ ਵਿੱਚ, ਕੁਰਾਨ 'ਚ ਜਿਹੜੀ ਗੱਲ ਲਿਖੀ ਹੈ, ਸਾਡਾ ਤੇ ਉਹਦੇ ਤੇ ਈਮਾਨ ਹੈ ਨਾ, ਤੁਹਾਡਾ ਤਾਂ ਨਹੀਂ ਪਤਾ, ਲੇਕਿਨ ਸਾਡਾ ਈਮਾਨ ਹੈ ਕਿ ਕੁਰਾਨ ਦੇ ਵਿੱਚ ਲਿਖਿਆ ਹੈ ਕਿ ਨਬੀ ਜਿਹੜੇ ਨੇ, ਹਰ ਨਬੀ ਗਵਾਹ ਹੋਏਗਾ ਆਪਣੀ ਉਮਤ ਦੇ ਉੱਤੇ। ਠੀਕ ਹੈ ਗੱਲ? ਜੇ ਕੁਰਾਨ ਕਿਹੜੀ ਆਇਤ ਹੈ? ਲਾ ਦਿਓ ਜੀ ਵਿਕਾਸ ਸਾਹਿਬ, ਆਇਤ ਲਾ ਦਿਓ ਯਾਰ। ਮੈਂ ਆਪਸੇ ਕੁਰਾਨ ਨਹੀਂ ਤੇ ਡਰਾਈਵ ਕਰ ਰਿਹਾ ਤੇ ਗੱਡੀ ਵੀ ਲੋਡ ਹੋ ਗਈ ਹੈ ਤੇ ਰੋਡ ਵੀ ਮਾੜੀ। ਇੱਕ ਉਹ ਆਇਤ ਵੀ ਹੈ ਕਿ ਜਿਹਦੇ ਵਿੱਚ ਜ਼ਿਕਰ ਹੈ ਕਿ ਮੇਰੇ ਪਿੱਛੇ ਇੱਕ ਗਵਾਹ ਆਏਗਾ। ਉਹ ਵੀ ਦੇਖਨੇ, ਪਰ ਇਹ ਜਿਹੜੀ ਹੈ ਤੇ ਉਹ ਜਿਹੜੀ ਅਬਦੁੱਲਾ ਬਿਨ ਮਸੂਦ ਰਜ਼ੀਅੱਲਾਹੁ ਤਾਲਾ ਨੂੰ ਤਲਾਵਤ ਕਰ ਰਹੇ ਸੀ ਤੇ ਨਬੀ ਇਸਲਾਮ ਲਿਖਿਆ। ਮੈਂ ਦੱਸਦਾ ਆਇਤ ਮੇਰੇ ਵਾਲੇ ਪਹਿਲੀਆਂ ਸੂਰਤਾਂ 'ਚ ਸੂਰਾ ਨਸਾ ਜਾਂ ਸੂਰਾ ਮਾਇਦਾ ਇੱਥੇ ਕਰਕੇ ਕਿ ਰਿਵਾਇਤ ਹੋਣੀ ਹੈ। ਅੱਲਾਹ ਤਾਲਾ ਚਸਤਾਜੀ ਉੱਤੇ ਕੱਢ ਲੈਣੇ ਜਿਹੜੀ ਉਹ ਮੈਂ ਅਰਜ਼ ਕੀਤੀ ਹੈ ਕਿ ਜਿਹੜੀ ਆਇਤ ਹਮੇਸ਼ਾ ਖਿਲਵਾੜ ਕਰਦੇ ਨੇ ਮਰਜ਼ਈ, ਐਸੇ ਦਾ ਕੀ ਜਵਾਬ ਹੈ? ਤੁਸੀਂ ਮਿਊਟ ਰੱਖੋ, ਫਿਲਹਾਲ ਮਿਊਟ ਰੱਖੋ, ਉਹਨਾਂ ਨੂੰ ਗੱਲ ਕਰ ਲੈਂਦੇ ਜਦ ਤੱਕ ਉਹਨਾਂ ਦੀ ਗੱਲ ਨਹੀਂ ਖਤਮ ਹੋ ਜਾਂਦੀ। ਤੇ ਮਾੜੀ ਗੱਲ ਹੈ ਫਿਰ। ਟਰੂਥ ਸੀਕਰ की आयत है 89 नंबर
व यौम नबअसु फी कुल्ली उम्मतिन शहीदा अलैहिम मिन अनफुसिहिम व जिअना बिका शहीदन अला हाउला। और याद करो जिस दिन हम हर उम्मत में उन्हीं में से एक गरोह इन पर खड़ा करेंगे और ए नबी हम आपको नहीं रोक जी गवाह खड़ा करेंगे। रुक मैं पढ़ दिना आयत ਕਿਹੜੀ ਆਇਤ ਤੁਸੀਂ ਪੜਨ ਲੱਗੇ ਜੇ? सूरह निसा दी आयत नंबर है 41। 4 ਦੀ 41 4 ਦੀ वकैफ 41 इज़ा जिअना मिन कुल्ली उम्मतिन बिशहीदिन व जिअना बिका अला हाउलाइ शहीदा। फिर उस वक्त क्या हाल होगा जब हम हर उम्मत में से एक गवाह लाएंगे और ए नबी आपको इन पर गवाह बना कर लेंगे। हाँ, तो ये हजरत मोहम्मद सल्लल्लाहु अलैहि वसल्लम ही है ना? ਨਹੀਂ ਉਸ ਤੋਂ ਪਹਿਲੇ ਗੱਲ ਹੋ ਰਹੀ ਹੈ ਕਿ ਹਰ ਉਮਤ ਦੇ ਵਿੱਚੋਂ ਜਿਹੜਾ ਹੈ ਨਾ ਇੱਕ ਗਵਾਹ ਚੱਕਿਆ ਜਾਏਗਾ। हाँ जी। ਤੇ ਨਬੀ तो हम सल्लल्लाहु तो अलैहि वसल्लम हम भी तो हजरत मोहम्मद सल्लल्लाहु अलैहि वसल्लम की उम्मत है ना, क्योंकि ਇਹਦਾ ਮਤਲਬ हजूर सल्लल्लाहु अलैहि वसल्लम ने फरमाया था कि हर जमाने में मेजा एक जमात सच्चाई पे होगी। तो आजकल जो सच्चाई की जमात है वो हम ही कहते हैं ना कि हम हैं, बाकी ਦੇਖੋ तो ਜਮਾਤ ਦੀ ਤੁਸੀਂ बाकी तो एक दूसरे को काफिर भी कहते हैं और ਓਏ फिर ਜਿਹੜੀ ਗੱਲ ਪੁੱਛੀਏ ਮਾਰੋ ਉਧਰ ਰੋ ਇੱਧਰ ਪੁੱਠਾ ਪੰਗਾ ਨਾ ਲੈ ਪੁੱਠੇ ਕਿਆਰੇ ਨੂੰ ਪਾਣੀ ਨਾ ਲਾ। नहीं नहीं, सीधा पंगा ही है। ਨਹੀਂ ਜਿਹੜੀ ਗੱਲ ਪੁੱਛਣ ਲੱਗੇ ਉਹਨੂੰ ਛੱਡ ਛੁੱਟ ਕੇ ਤੇ ਕਿੱਧਰ ਟੁਰ ਪਿਆ? ਇੱਥੇ ਤੁਰ ਪਿਆ ਕਿ ਉਮਤ ਜਿਹੜੀ ਹੈ ਉਮਤ ਦੇ ਭਾਈ ਉਮਤ ਦੇ ਬਾਰੇ ਸਵਾਲ ਹੀ ਨਹੀਂ ਹੋ ਰਿਹਾ, ਸਵਾਲ ਨਬੀਆਂ ਦੇ ਬਾਰੇ ਹੋ ਰਿਹਾ, ਉਮਤ ਦੇ ਹਾਂ, ਬਾਰੇ। ਤੇ ਹਕੀਕੀ ਤੌਰ ਤੇ ਜਿਹੜੀ ਉਹ ਸੱਚੀ ਜਮਾਤ ਸੀ ਉਹ ਅਸੀਂ ਹੋਏ ਨਾ, ਤੇ ਤੂੰ ਤੁਸੀਂ ਕਰੇ ਜਮਾਤ ਦੇ ਬਾਰੇ ਨਹੀਂ ਸਵਾਲ ਹੋ, ਬੰਦਾ ਬਣ ਜਾ। ਜਮਾਤ ਦੇ ਬਾਰੇ ਉਮਤ ਦੇ ਬਾਰੇ ਸਵਾਲ ਨਹੀਂ ਹੋ ਰਿਹਾ, ਸਵਾਲ ਨਬੀਆਂ ਦੇ ਬਾਰੇ ਹੋ ਰਿਹਾ। ਹਰ ਉਮਤ ਦਾ ਇੱਕ ਗਵਾਹ ਹੋਏਗਾ। ਅੱਛਾ, ਇੱਕ ਇਹ ਆਇਤ ਵੀ ਵੇਖ ਲਓ, ਇਹ ਸੂਰਾ ਹੂਦ ਦੀ ਆਇਤ ਨੰਬਰ 17। ਪਹਿਲਾਂ ਜਿਹੜੀ ਤੂੰ ਪੁੱਛੀ ਉਹ ਤੇ ਵੇਖ ਲੈ ਨਾ। ਉਹਦਾ ਤਾਂ ਜਵਾਬ ਹੋ ਗਿਆ ਨਾ ਕਿ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਜਿਹੜੇ ਨੇ ਯਾਰ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਆਪਣੀ ਉਮਤ ਦੇ ਗਵਾਹ ਹੋਣਗੇ, ਗੱਲ ਠੀਕ ਹੈ। ਤੁਹਾਡਾ ਮਿਰਜ਼ਾ ਸਾਹਿਬ ਜਿਹੜੇ ਨੇ, ਤੁਹਾਡੇ ਮਿਰਜ਼ਾ ਸਾਹਿਬ, ਉਹ ਬਤੌਰੇ ਗਵਾਹ ਠਾਏ ਜਾਣਗੇ, ਬਤੌਰੇ ਉਮਤੀ ਠਾਏ ਜਾਣਗੇ? ਇਹ ਸਵਾਲ ਹੈ ਯਾਰ। ਇਹ ਫਿਰ ਤੁਸੀਂ ਉਹੀ ਗੱਲ ਹੈ, ਜੇ ਅੱਲਾ ਦੇ ਕੰਮ ਅੱਲਾ ਜਾਣੇ, ਲੇਕਿਨ ਜੋ ਆਇਤ ਤੁਸੀਂ ਰੱਖੀ ਉਹਦੇ ਮੁਤਾਬਿਕ ਤਾਂ ਹਜ਼ਰਤ ਸੱਲੱਲਾਹੁ ਅਲੈਹਿ ਵਸੱਲਮ ਜਿਹੜੇ ਨਬੀ ਹੋਣਗੇ, ਨਬੀ ਤੇ ਗਵਾਹ ਨੇ ਨਾ। ਤੁਹਾਡੇ ਮਿਰਜ਼ਾ ਸਾਹਿਬ ਕੀ ਨੇ? ਯਾਰ ਉਹ ਤਫਸੀਰਾਂ ਵਗੈਰਾ ਛੱਡੋ ਨਾ, ਇਹ ਜਿਹੜੀ ਆਇਤ ਹੈ ਉਹਦੇ ਮੁਤਾਬਿਕ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਨੇ, ਠੀਕ ਨਾ? ਹੁਣ ਮੇਰੀ ਯਾਰ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਆਪਣੀ ਉਮਤ ਦੇ ਗਵਾਹ ਹੋਣਗੇ, ਠੀਕ ਹੋ ਗਈ ਗੱਲ, ਉਹਨੂੰ ਨਾ ਛੱਡ। ਸਾਡੀ ਉਮਤ ਅਸੀਂ ਆ ਨਾ, ਉਮਤ ਦਾ ਹਿੱਸਾ। ਓ ਯਾਰ ਤੁਹਾਡੇ ਬਾਰੇ ਨਹੀਂ ਸਵਾਲ ਹੋ ਰਿਹਾ, ਮਿਰਜ਼ਾ ਸਾਹਿਬ ਦੇ ਬਾਰੇ ਸਵਾਲ ਹੋ ਰਿਹਾ ਕਿ ਉਹਨਾਂ ਨੂੰ ਬਤੌਰੇ ਗਵਾਹ ਉਠਾਇਆ ਜਾਏਗਾ ਜਾਂ ਬਤੌਰੇ ਉਮਤੀ ਦੇ। ਕਿਉਂਕਿ ਜਿਹੜਾ ਨਬੀ ਹੈ ਉਹ ਬਤੌਰੇ ਗਵਾਹ ਹੋਏਗਾ, ਤੇ ਜਿਹੜਾ ਉਮਤੀ ਹੈ ਉਹ ਬਤੌਰੇ ਜਿਹੜਾ ਹੁੰਦਾ ਕੀ ਉਹਨੂੰ ਕਹਿੰਦੇ ਹੋ, ਜਿਹਦੇ ਉੱਤੇ ਗਵਾਹ ਹੁੰਦਾ ਉਹ ਮਿਰਜ਼ਾ ਸਾਹਿਬ ਨੂੰ ਬਤੌਰੇ ਉਮਤ ਦੇ ਉੱਤੇ ਗਵਾਹ ਹੁੰਦਾ ਨਾ, ਤੇ ਉਮਤ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਦੀ ਉਮਤ ਅਸੀਂ ਹੋਏ ਨਾ। ਹੁਣ ਮਿਰਜ਼ਾ ਸਾਹਿਬ ਦਾ ਮੈਂ ਪਿਆ ਨਾ, ਜਿਹੜਾ ਮਿਰਜ਼ਾ ਸਾਹਿਬ ਦਾ ਉਠਾਇਆ ਜਾਣਾ ਹੈ ਬਤੌਰੇ ਗਵਾਹ ਦੇਵੇ ਕਿ ਬਤੌਰੇ ਉਮਤੀ ਦੇ, ਬਸ ਇੰਨੀ ਗੱਲ ਹੈ। ਐ ਸਾਨੂੰ ਕੀ ਪਤਾ ਯਾਰ ਮੇਰੀ ਗੱਲ ਸੁਣ, ਸਾਨੂੰ ਪੁੱਛ ਨਬੀ ਪਾਕ ਦੇ ਬਾਰੇ, ਸਾਨੂੰ ਪੁੱਛ ਈਸਾ ਅਲੈਹਿਸਲਾਮ ਦੇ ਬਾਰੇ, ਸਾਨੂੰ ਪੁੱਛ ਮੂਸਾ ਅਲੈਹਿਸਲਾਮ ਦਾ ਵਾਜ਼ੇ ਸਾਹਮਣੇ ਆ ਗਿਆ ਨਾ, ਤੇ ਉਮਤ ਅਸੀਂ ਹੋਏ ਨਾ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ। ਯਾਰ ਜੋ ਵੀ ਇਹ ਉਮਤ ਹੋ, ਤੁਸੀਂ ਅਸੀਂ ਕੋਈ ਨਹੀਂ ਹੋਣ ਲੱਗੇ ਉਹਨਾਂ ਦੇ ਉਮਤੀ, ਤੁਸੀਂ ਹੋ ਜਾਓਗੇ। ਅੱਛਾ ਹੁਣ ਮੇਰੀ ਆਇਤ ਤੇ ਵੀ ਆ ਜਾਓ, ਸੂਰਾ ਹੂਦ ਦੀ ਆਇਤ ਨੰਬਰ 17। ਚੱਲਦੇ ਹਾਂ। ਦੇਖੋ ਮੈਂ ਆ ਗੱਲ ਜਾਓ ਕਰ ਯਾਰ, ਤੁਹਾਡੀ ਮਿਹਰਬਾਨੀ ਕਿ ਨਬੀ ਸੱਲੱਲਾਹੁ ਅਲੈਹਿ ਵਸੱਲਮ ਤੇ ਆਪਣੀ ਉਮਤ ਤੇ ਗਵਾਹ ਦੇ ਤੌਰ ਤੇ ਆਣਗੇ। ਇਹ ਤੇ ਗੱਲ ਤੁਹਾਡੀ ਵੀ ਮੈਂ ਮੁੱਤਫਿਕ ਹੋ ਰਿਹਾ, ਤੁਸੀਂ ਵੀ ਮੇਰੀ ਗੱਲ ਤੋਂ ਮੁੱਤਫਿਕ ਹੋ। ਇਹਦੇ ਉੱਤੇ ਲੜਾਈ ਨਹੀਂ ਹੈ ਸਾਡੀ। ਮੈਂ ਤੁਹਾਡੇ ਸਾਹਮਣੇ ਸਵਾਲ ਰੱਖਿਆ ਕਿ ਇਸੇ ਅਸੂਲ ਦੇ ਮੁਤਾਬਿਕ, ਕੁਰਾਨ ਦੇ ਇਸੇ ਅਸੂਲ ਦੇ ਮੁਤਾਬਿਕ, ਚੂੰਕਿ ਤੁਹਾਡਾ ਕਲੇਮ ਹੈ ਮਿਰਜ਼ਾ ਸਾਹਿਬ ਨੂੰ ਕਿ ਉਹ ਨਬੀ ਨੇ, ਤੇ ਕਿਆ ਉਹ ਵੀ ਗਵਾਹ ਦੀ ਤੌਰ ਤੇ ਜਿਹੜੇ ਆਣਗੇ ਉਠਾਏ ਜਾਣਗੇ ਜਾਂ ਉਮਤੀ ਹੋਣਗੇ? ਉਮਤੀ, ਇਸ ਆਇਤ ਦੇ ਮੁਤਾਬਿਕ ਉਮਤੀ ਹੋਣਗੇ। ਇਸ ਆਇਤ ਦੇ ਮੁਤਾਬਿਕ ਉਹਨਾਂ ਦੀ ਨਬੂਵਤ ਛਿਨ ਜਾਏਗੀ। ਨਹੀਂ, ਇਹ ਨਹੀਂ ਲਿਖਿਆ, ਇਹ ਤੁਹਾਡੀ ਆਪਣੀ ਸੋਚ ਹੈ, ਇੰਜ ਨਹੀਂ ਹੈ। ਨਹੀਂ, ਇਹ ਅਸੂਲ ਦੇਖੋ ਨਾ, ਅਸੂਲ ਜਿਹੜਾ ਪੇਸ਼ ਕੀਤਾ ਜਾ ਰਿਹਾ ਹੈ ਕਿ ਨਬੀ ਜਿਹੜਾ ਹੈ ਉਹ ਗਵਾਹ ਦੇ ਤੌਰ ਤੇ ਆ ਰਿਹਾ ਹੈ। ਤੁਸੀਂ ਜਿਹੜਾ ਹੈ ਉਹਨਾਂ ਦੀ ਨਬੂਵਤ ਖਤਮ ਕਰਕੇ ਤੇ ਉਹਨਾਂ ਨੂੰ ਆਖਿਆ ਉਮਤੀ, ਤੇ ਠੀਕ ਹੈ, ਹਾਂਜੀ, ਅੱਛੀ ਗੱਲ। ਅੱਛਾ ਹੁਣ ਮੇਰੀ ਆਇਤ ਤੇ ਆ ਜਾਓ, ਸੂਰਾ ਹੂਦ ਦੀ ਆਇਤ ਨੰਬਰ 17। ਅੱਛਾ ਮਿਰਜ਼ਾ ਸਾਹਿਬ ਨੇ ਬਤੌਰੇ ਉਮਤੀ ਦੇ ਉੱਠਣਾ ਹੈ? ਚਲੋ ਹੁਣ ਮੇਰੀ ਆਇਤ ਤੇ ਵੀ ਆ ਜਾਓ ਨਾ। ਹੁਣ ਮੈਂ ਕਿਹਾ ਮਿਰਜ਼ਾ ਸਾਹਿਬ ਨੇ ਤੁਹਾਡੀ ਗਵਾਹੀ ਦੇ ਵਾਸਤੇ ਨਹੀਂ ਉੱਠਣਾ, ਉਹਨਾਂ ਸਾਡੀ ਗਵਾਹੀ ਤਾਂ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦੇਣਗੇ ਨਾ। ਤੇ ਮਿਰਜ਼ਾ ਸਾਹਿਬ ਕੋਈ ਗਵਾਹ ਦੀ ਸੀਹਤ ਨਾਲ ਨਹੀਂ ਉਠਾਏ ਜਾਣਗੇ।
ਅਸਲ ਨਬੀ ਜਿਹੜੇ ਨੇ ਉਹ ਸਾਡੇ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ, ਜਿਹੜੇ ਅਸਲ ਨਬੀ ਨੇ, ਤੇ ਜਿਹੜੇ ਮਿਰਜ਼ਾ ਸਾਹਿਬ ਨੇ ਉਹ ਨਬੀ ਨਹੀਂ ਹੈ ਨਾ ਉਹ ਉਮਤੀ ਨਬੀ ਨੇ। ਯਾਰ ਉਮਤੀ ਨਬੀ ਤੇ ਪਤਾ ਨਹੀਂ ਕੀ ਹੁੰਦਾ ਹੈ, ਲੇਕਿਨ ਇਹ ਵੇ ਕਿ ਜਿਹੜੇ ਨਬੀ ਹੁੰਦੇ ਨੇ ਉਹ ਤੇ ਹੁੰਦੇ ਨੇ ਗਵਾਹ, ਤੇ ਜਿਹੜੇ ਉਮਤੀ ਨਬੀ ਹੁੰਦੇ ਨੇ ਇਹ ਕੀ ਹੁੰਦੇ ਨੇ? ਗਵਾਹ ਹੁੰਦੇ ਨੇ ਕਿ ਉਮਤ। ਸੂਰਹ ਨਿਸਾ ਦੀ ਆਇਤ ਨੰਬਰ 69 ਪੜੋ ਨਾ। ਓਏ ਉਹ ਮੈਨੂੰ ਪਤਾ ਹੈ, ਜਿਹੜੀ ਅੱਲਾਹ ਔਰ ਰਸੂਲ ਕੀ ਤਾਤ ਕਰੇਗਾ, ਉਹ ਮੈਨੂੰ ਪਤਾ, ਉਹ ਮੈਨੂੰ ਜਰਾਏ ਨਬੂਵਤ ਦੀਆਂ ਦਲੀਲਾਂ ਦੇ, ਤੈਨੂੰ ਮੌਤ ਚੁੱਕੇ, ਮੈਂ ਤੈਨੂੰ ਜਰਾਏ ਨਬੂਵਤ ਦੀ ਦਲੀਲ ਮੰਗਣ ਲੱਗੇ, ਮੈਂ ਪੁੱਛਣ ਲੱਗਿਆ, ਬਦਵਾਵਾਂ ਦੇ ਰਹੇ ਹੁਣ। ਮੈਂ ਪੁੱਛਣ ਲੱਗਿਆ ਟੁੱਟ ਸਿਕਰ ਕਿ ਜਿਹੜੇ ਨਬੀ ਨੇ ਉਹ ਤੇ ਬਤੌਰੇ ਗਵਾਹ ਠਾਏ ਜਾਂਦੇ ਨੇ, ਜਿਹੜੀ ਉਮਤ ਹੈ ਉਮਤ ਉੱਤੇ ਉਹ ਗਵਾਹ ਹੁੰਦੇ ਨੇ। ਹੁਣ ਮਿਰਜ਼ਾ ਸਾਹਿਬ ਦੀ ਸਟੇਟਸ ਜਿਹੜਾ ਦੁਨੀਆ ਤੇ ਉਹ ਕੀ ਤੁਸੀਂ ਮੰਨਿਆ, ਨਬੀ ਦਾ ਕਿ ਉਮਤੀ ਦਾ? ਉਮਤੀ ਨਬੀ, ਉਮਤੀ ਨਬੀ। ਤੇ ਜਿਹੜਾ ਉਹ ਕਿਆਮਤ ਵਾਲੇ ਦਿਨ ਨੇ ਉੱਥੇ ਨਬੀਆਂ ਨੇ ਗਵਾਹ ਹੋਣਾ ਹੈ ਤੇ ਉਮਤ ਨੇ ਉੱਠਣਾ ਹੈ, ਤੇ ਉਮਤ ਉੱਤੇ ਉਹਨੇ ਗਵਾਹੀ ਦੇਣੀ ਨਬੀ ਨੇ। ਮਿਰਜ਼ਾ ਸਾਹਿਬ ਕੀ ਹੋਣਗੇ ਉੱਥੇ, ਗਵਾਹ ਕਿ ਉਮਤੀ? ਜਿਹੜੀ ਆਇਤ ਤੁਸੀਂ ਪੇਸ਼ ਕੀਤੀ ਹੈ ਨਾ ਉਹਦੇ ਮੁਤਾਬਿਕ, ਹੁਣ ਬਾਕੀ ਚੀਜ਼ਾਂ ਦਾ ਸਾਨੂੰ ਕੀ ਪਤਾ ਹੋਏ, ਲੇਕਿਨ ਜੋ ਇਹ ਆਇਤ ਹੈ ਉਹਦੇ ਮੁਤਾਬਿਕ ਸਾਡੇ ਨਬੀ ਤੇ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਯਾਰ ਤੁਹਾਡੇ ਨਬੀ ਉਹ ਮੈਂ ਸਵਾਲ ਜਿਹੜਾ ਟਰੁੱਥ ਸਿਕਰ ਵਾਸਤਾ ਹੈ, ਤੈਨੂੰ ਨਾ ਸਿਰ ਖਾਇਆ ਕਰ। ਨਹੀਂ, ਸਾਡੇ ਨਬੀ ਇਸ ਵਾਸਤੇ ਮੈਂ ਕਹਿੰਦਾ ਪਿਆ ਕਿ ਤੁਸੀਂ ਮੰਨਦੇ ਹੋ ਕਿ ਉਹਨਾਂ ਦੇ ਕਮਾਲ ਯਾਰ ਗੱਲ ਸੁਣ, ਸਾਰੇ ਨਬੀ ਆਪਣੀਆਂ ਉਮਤਾਂ ਦੇ ਉੱਤੇ ਗਵਾਹ ਹੋਣਗੇ, ਇਹਦੇ ਤੋਂ ਝਗੜਾ ਕਰਨ ਦੀ ਕਿਹੜੀ ਜ਼ਰੂਰਤ ਹੈ? ਝਗੜਾ ਹੈ ਤੁਸੀਂ ਇਹ ਕਹਿੰਦੇ ਹੋ ਕਿ ਉਹਨਾਂ ਦੇ ਕਮਾਲਾਤ ਨਬੂਵਤ ਖਤਮ ਹੋ ਗਏ ਹਜ਼ਰਤ। ਯਾਰ ਨਾ ਝੂਠ ਬੋਲਣਾ, ਨਾ ਬੰਦਾ ਬਣ ਜਾ। ਅੱਛਾ ਦੱਸੋ ਫਿਰ ਕਮਾਲਾਤ ਇਹੋ ਹੀ ਰਾਤੀ ਕੰਮ ਹੋਇਆ ਤੇ ਫਿਰ ਤੂੰ ਕਹਿੰਦਾ ਸੈਣੀ ਸਾਹਿਬ ਆਪੂ ਵੇ ਹੋ ਗਏ ਨੇ ਤੇ ਸਾਨੂੰ ਫੈਂਟੀ ਲਵਾਈ ਨੇ ਉਹਨਾਂ ਕੋਲ, ਚੀਕਾ ਮਾਰਨ ਲੱਗਿਆ ਸੀ। ਉਹਦੇ ਬਾਅਦ ਵੇਖ ਬਤੌਰੇ ਗਵਾਹ ਦੇ ਉੱਠਣਾ ਹੈ ਕਿ ਬਤੌਰੇ ਉਮਤੀ ਦੇ ਉੱਠਣਾ ਹੈ, ਦੱਸ ਦੇ ਬਸ। ਚਲੋ ਨਬੀ ਗਵਾਹ ਹੁੰਦਾ ਹੈ ਨਾ, ਨਬੀ ਤੇ ਗਵਾਹ ਹੁੰਦਾ, ਠੀਕ ਹੋ ਗਿਆ। ਹੁਣ ਸੂਰਹ ਹੂਦ ਦੀ ਆਇਤ ਨੰਬਰ 17 ਵੇਖੋ कि इधर मैं तर्जुमा तुम्हारे सामने रख रहे हैं। बस क्या वो जो अपने रब की तरफ से एक रोशन दलील पर है और इसके पीछे इसका एक गवाह आने वाला है, और इससे पहले मूसा की बस क्या वो जो अपने रब की तरफ से एक रोशन दलील पर है, ऐ हजरत मोहम्मद सल्लल्लाहु अलैहि वसल्लम हो गए, ठीक है ना। पता नहीं हुण किदे बारे आयत नाज़िल होई, केड़ी तो गल करन लगे, मैं ते मेरे सामने पढ़ लो ना सूरह हूद दी आयत नंबर 17 के बस क्या वो जो अपने रब की तरफ से एक रोशन दलील पर है, ऐ हजरत मोहम्मद सल्लल्लाहु अलैहि वसल्लम ही है ने, और कौन है, क्योंकि आगे देखो देख लो तू पे कहना है ना देखो आयत किसी नबी दा किस्सा उथे बयान मन तो नहीं पता, मैं हुण चलो ठीक है, चलो पढ़ ले, मैं पूरी पढ़ांगा तो समझ आ जाएगी। बस क्या वो जो अपने रब की तरफ से एक रोशन दलील पर है और इसके पीछे इसका एक गवाह आने वाला है, और इससे पहले मूसा की किताब बतौर अमाम और रहमत मौजूद है, ठीक है। हुन ऐ दसो कि मूसा की किताब ते जिक्र आ गया, नबी पाक दा जिक्र पता नहीं हो रहा या किसी और नबी दा जिक्र आ गया, ऐसा समझ नहीं आंदे ना, देखांगे फिर दसांगे। ऐसा मैनू इस वेल नहीं समझ आ रही, आराम नाल देख के दस दें। तू विकास भाई दी जवाब दे दे कि मिर्जा साहब ने बतौरे गवाह दे उठना है कि बतौरे उम्मती दे, बस दस। हुन इत्थे तुसी गवाह मन्निया ना, इत्थे गवाह फिर नबी होएगा, ऐ फिर रेन ते रखना, हुन इत्थे ना चेंज कर लेना। नबी गवाह हुंदे ने, कुरान ने आख्या नबी, हां तो बस ऐ देख लो फिर एक सारे अंबिया अपनियां उम्मतां दे उत्ते बतौरे गवाह दे उठाए जाणगे। जेड़े हजरत हारून अलैहिस्सलाम ने, ये भी एक सवाल है वकास साहब कि मूसा अलैहिस्सलाम दी उम्मत हो गई टोटल, ते हारून अलैहिस्सलाम गवाह होणगे? मेरा नहीं, उम्मत दे लिहाज नाल गवाह जेड़े ने वो हजरत मूसा अलैहिस्सलाम होणगे, यही ते गल हो रही है। तो मैं तैनू मैं सेफ एग्जिट दे रहा, ट्रुथ सीकर मैं तेरी मदद कर रहा, मिसाल दे दी है। ਇਹ ਅੱਛਾ ਸਵਾਲ ਹੈ ਕਿਉਂਕਿ ਬਨੀ ਇਸਰਾਈਲ ਦੇ ਵਿੱਚ ਬਹੁਤ ਸਾਰੇ ਅੰਬੀਆ ਆਉਂਦੇ ਨੇ, ਤੇ ਸਵਾਲ ਪੈਦਾ ਹੁੰਦਾ ਕਿ ਇੱਕ ਨਬੀ ਗਵਾਹ ਦੇ ਤੌਰ ਤੇ ਉਠਾਇਆ ਜਾਏਗਾ ਜਾਂ ਦੀਗਰ ਬਾਕੀ ਅੰਬੀਆ ਵੀ। ਤੇ ਬਿਲਕੁਲ ਸਟ੍ਰੇਟ ਫਾਰਵਰਡ ਗੱਲ ਹੈ ਕਿ ਜਿੰਨੇ ਵੀ ਅੰਬੀਆ ਨੇ ਉਹ ਸਾਰੇ ਗਵਾਹ ਦੇ ਤੌਰ ਤੇ ਉਠਾਏ ਜਾਣਗੇ ਉਸੇ ਉਮਤ ਦੇ ਵਿੱਚ। वो ठीक है, लेकिन जिसकी उम्मत है ना वो तो हजरत मूसा अलैहिस्सलाम की है ना। नहीं, ਤੁਸੀਂ ਕੀ ਸਮਝਦੇ ਹੋ
ਕਿ ਜਿਹੜੀ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਉਮਤ ਹੈ ਉਹਦੇ ਵਿੱਚ ਮਿਰਜ਼ਾ ਸਾਹਿਬ ਵੀ ਗਵਾਹ ਹੋਣਗੇ। बिल्कुल हो सकते हैं, लेकिन उम्मत हजूर सल्लल्लाहु अलैहि वसल्लम की है। नहीं हो नहीं सकते, क्लियर बात है ना। मैंने आपके यार हम सामने क्लियर बात अल्लाह दे कम अल्लाह जाने यार हम की देखिए अल्लाह ने जो बात जो है वो बिल्कुल क्लियर बता जो दी है बात कि आयत में लिखी हुई है उसे बढ़ना नहीं है हमने। हर उम्मत में से जो है गवाह जो है उठाया जाएगा। ठीक है, लेकिन उम्मत हजूर सल्लल्लाहु अलैहि वसल्लम की है, ये क्लैरिटी बड़ी जरूरी है। तो मिर्ज़ा साहब उसमें गवाह नहीं होंगे। इसी तरह जो उम्मत थी वो हजरत मूसा अलैहिस्सलाम की थी। नहीं सही है, दुरुस्त बात है। जी। मैं ये पूछ रहा हूँ कि मिर्ज़ा साहब उसमें गवाह नहीं होंगे मोहम्मद सल्लल्लाहु अलैहि वसल्लम की उम्मत में, क्या ये बात दुरुस्त है? हजरत हो भी सकते हैं, जैसे अगर बनी इसराइल के होंगे तो फिर ये भी होंगे, लेकिन उम्मत जो है ना वो हजरत मोहम्मद सल्लल्लाहु अलैहि वसल्लम की। मतलब अभी बोलो डाउट में है। आयत दोबारा बताएं, आयत कौन सी थी? नहीं तुसी हले 4/41 4/41। नहीं चार- इस गल च नहीं टूसीकर साहब, क्या ਤੁਹਾਨੂੰ ਇਹ ਡਾਊਟ ਹੈ ਕਿ ਮਿਰਜ਼ਾ ਸਾਹਿਬ ਨੂੰ ਸ਼ਾਇਦ ਨਬੂਵਤ ਮਿਲੀ ਹੈ ਜਾਂ ਨਹੀਂ ਮਿਲੀ? बस नबूवत क्या वाला भी तो हाल मामला- होगा। अच्छा इधर विच ना मैं दस देना, ये जो आयत है ना इसको गौर करें, ये है बस क्या हाल होगा जब हम हर एक उम्मत में से एक गवाह लेकर आएंगे और हम तुझे इन सब पर गवाह बनाकर लाएंगे। उम्मती तो उठना है या बतौर गवाह दे। हजरत वकास साहब ने गल साफ करती कि हजरत दाऊद, हजरत याहिया, हजरत जकरिया, हजरत हारून अलैहिस्सलाम जिन्ने अंबिया मूसा अलैहिस्सलाम ਦੀ उम्मत ਚ ਆਏ ਨੇ ਇਹ ਸਾਰੇ ਬਤੌਰ ਗਵਾਹ ਦੇ ਉਠਾਏ ਜਾਣਗੇ ਤੇ ਜਿਹੜੇ ਉਹਨਾਂ ਦੇ ਦੌਰ ਵਿੱਚ ਉਹਨਾਂ ਦੇ ਫਾਲੋਅਰ ਸਨ, ਭਲੇ ਉਹ ਹਜ਼ਰਤ ਮੂਸਾ अलैहिस्सलाम ਦੀ ਉਮਤ ਸਨ, ਲੇਕਿਨ ਉਹਨਾਂ ਉੱਤੇ ਉਹ ਗਵਾਹ ਹੋਣਗੇ। ਬਹੁਤ ਅੱਲਾ। ਹੁਣ ਮਿਰਜ਼ਾ ਸਾਹਿਬ ਨੂੰ ਮਿਰਜ਼ਾਈਆਂ ਦੇ ਉੱਤੇ ਗਵਾਹ ਦੇ ਤੌਰ ਤੇ ਉਠਾਇਆ ਜਾਣਾ ਚਾਹੀਦਾ ਨਾ, ਅਸੂਲੀ ਤੌਰ ਤੇ। ਭਾਵੇਂ ਨਬੀ ਪਾਕ ਸਭ ਦੇ ਗਵਾਹ ਨੇ, ਲੇਕਿਨ ਮਿਰਜ਼ਾ ਸਾਹਿਬ ਨੂੰ ਤਾਂ ਮਿਰਜ਼ਾਈਆਂ ਦੇ ਉੱਤੇ ਬਤੌਰ ਗਵਾਹ ਦੇ ਉਠਾਉਣਾ ਚਾਹੀਦਾ ਹੈ। ਅਸੂਲੀ ਗੱਲ ਹੈ ਕਿ ਸ਼ਰਮਾਨ ਵਾਲੀ ਕਿਹੜੀ ਗੱਲ ਹੈ? नहीं इस आयत जो लिखे है वो गल करो ना। ਇਹੀ ਲਿਖਿਆ ਨਾ ਇਸ ਆਇਤ ਚ ਕਿ पता नहीं, मैं थोड़ा होर आसान कर ਵਿੱਚੋਂ ਇੱਕ ਗਵਾਹ ਉਠਾਵਾਂਗੇ। चलो छोड़ो यार, और आसान क्या जो आयत में मैं लिखा हुआ थोड़ा है ਜਿਹਾ ਹੋਰ ਆਸਾਨ ਕਰਦਾ ਕੁਰਾਨ ਦੀ ਦੂਸਰੀ ਆਇਤ ਨਾਲ। दूसरी आयत सूरह ज़ुमर दी है, ਉਹਦੇ ਚ ਲਿਖਿਆ है कि जब ज़मीन तेरे रब के नूर से जगमगा उठेगी और वजीअ बिन नबीशीन व शुहदा व कुदिया बैनहुम बिल हक व हुम ला युज़लमून, और नबियों को और गवाहों को लाया जाएगा और हक के साथ फैसला किया जाएगा और किसी पर जुल्म नहीं होगा। अब ये क़यामत वाले दिन की बात हो रही है, जब ज़मीन तेरे रब के नूर से जगमगा उठेगी। क्या इसमें ये जो दो टाइटल आ रहे हैं वजीअ बिन नबीशीन व शुहदा, क्या इन दोनों में मिर्ज़ा साहब शामिल हैं या नहीं? नहीं यार मुझे नहीं समझ आ रही है वो क्या पूछ रहे, देखना पड़ेगा। एक काम करें, आप रजी साहब की ब्रॉड पे आ सकते हैं? रज़ी ਮੈਨੂੰ साहब ਲੈ की ਚਲੋ, बात है। ਮੈਨੂੰ ਲੈ ਚਲੋ। ਤੁਸੀਂ 1-2 ਹਫ਼ਤੇ ਨਾ ਇਸੇ ਤਰ੍ਹਾਂ ਅੱਛੇ ਤਰੀਕੇ ਨਾਲ ਗੱਲ ਕਰਦੇ ਰਹੋ ਨਾ ਤੇ ਫਿਰ ਸ਼ਾਇਦ ਚਾਂਸ ਮਿਲ ਜਾਏ। ਮੈਂ ਤੇ ਹੁਣ ਸਵੇਰੇ ਮੰਜੀ ਠੋਕੀ ਮਰਦਾਈਆਂ ਦੀ 1-2 ਹਫ਼ਤੇ ਕਿਹੜੀ ਗੱਲ ਕਰਾ ਰਹੀ ਹੈ। अच्छा वैसे आमिर नजीर ये ना साहब होवे ये ना होवे कि मैं सवाल रखूं। इनसे एक छोटा सा सवाल पूछना है। जब आपकी बात नरमी से करना है, नरमी से। कोई सख्त लफ्ज आपने बोला, सख्त लफ्ज नहीं बोलना, इनके अकाबत के बारे में बात करनी है और उनको भी इज्जत से बुलाना है। इज्जत से। हाँ मतलब बदतमीजी तो आपको पता ही है मैं करता ही नहीं हूँ, ना ही की है। मैं आज भी मिर्ज़ा साहब को जो है ना मिर्ज़ा साहब कह के बुलाता हूँ, अगरचे मैं अपने लोगों की ब्रॉड पे बैठा होता हूँ, कोई अहमदी नहीं होता, पीठ पीछे अहमदियों के भी मैं मिर्ज़ा साहब को मिर्ज़ा साहब ही कह के बुलाता हूँ। तो मेरा कोई सवाल ख़ास तो नहीं है, बस एक बात है पूछनी है, अगर बात कह लें
یہ جو بیٹھے ہیں ٹروتھ سیکر صاحب، یہ بڑے اچھے انسان ہیں، مجھے امید ہے کہ صحیح جواب دیں گے. تو میں ایک بات دہرانا چاہتا ہوں، تو یہ میں دیکھنا چاہتا ہوں کہ کیا یہ سچ کے معیار پر اترتے ہیں. یہ جو ہے دشمن ہمارے بیابانوں کے خنزیر ہو گئے اور ان کی عورتیں کتیوں سے بڑھ گئی. یہ ٹروتھ سیکر صاحب بتا سکتے ہیں کہ یہ کس موصوف کے الفاظ ہیں؟ یہ جو الفاظ ہے، یہ ایک تو حوالہ لائے تو میں پورا پڑھ دیتا ہوں، لیکن جو جنرلی سپیکنگ جو لوگ برے ہوتے ہیں نا، ان کو برا کہا جاتا ہے. جیسے قرآن مجید میں جو سورہ قلم میں آپ دیکھیے گا. دیکھو سوال کیے تو جواب کیے. ہاں تو انہیں پوچھے الفاظ کدے نے؟ یہ کس کی تحریر ہے؟ یہ کس نے الفاظ لکھے ہیں؟ یہ تو آپ کو بھی پتا ہے جو آپ کتنے بنانا چاہتے ہیں، لیکن اس بات کو بھی سمجھے نا. مجھے یہ سمجھائیں. نہیں، میں یہ نہیں کہہ رہا کہ جو لوگ برے ہو ان کو برا، یہ تالیاں کدھر سے بج رہی ہیں، ان کو برا کہا جا سکتا ہے یا نہیں کہا جا سکتا؟ سوال یہ نہیں ہے. آپ اس سوال کا جواب دے رہے ہیں جو میں نے پوچھا ہی نہیں ہے. میں نے یہ پوچھا ہے کہ آپ کے نزدیک، چلو میں اور اذہان کر دیتا ہوں کہ ٹروتھ سیکر کے نزدیک یہ جو میں نے بات ابھی دہرائی ہے 2 جملوں والی، یہ کس نبی کے الفاظ ہیں آپ کے نزدیک، ٹروتھ سیکر کے صاحب کے نزدیک؟ ہاں، میں وہی بتا رہا ہوں کہ جو برے کو جنرلی سپیکنگ برا کہا جاتا ہے قرآن مجید کے مطابق. جیسے پھر آپ وہی قرآن میں کیا ہو گیا؟ سوال اے فکر، اے الفاظ کنے لکھے نے؟ دشمن ہمارے بیابانوں کے خنزیر ہو گئے اور ان کی عورتیں کتیوں سے بڑھ گئیں. عامر نے لکھے نے، ٹروتھ سیکر نے لکھے نے، بشیر الدین محمود احمد صاحب لکھے نے، مرزا صاحب لکھے نے، کنے لکھے؟ اے پوچھ. جنہوں نے بھی لکھے نے، ایز لانگ ایز. اچھا چلیں، میں آپ کا جواب آ گیا. 3 یار تالیاں کدھروں بجوا رہے ہیں؟ ڈسٹربنس ہو رہی ہے. تو اچھے بھلے علمی شخصیت بیٹھے رہے، تسی تالیاں ٹھوکے جا رہے ہو. اچھا ٹروتھ سیکر صاحب، آپ کا جواب مل گیا. آپ کو 3 واقعے دیے اور آپ نے 3 واقعوں میں وہ جو سوال پوچھا گیا تھا اس کا جواب نہیں دیا. مجھے بات کرنے نہیں دیا آپ نے. یہ بتائیں، مجھے آپ نے بات مانتے ہیں، آپ ان کو نبی بھی مانتے ہیں، امام مہدی مانتے ہیں، میری آواز آ رہی ہے؟ آپ نے مجھے بات ہی کرنے نہیں دی. کون کیوں نہیں کرتے؟ آپ مطلب گلٹی کیوں فیل کر رہے ہیں، شرمندگی کیوں محسوس کر رہے ہیں؟ آپ نے مجھے بات ہی کرنے نہیں دی. مجھے بات نہیں، آپ کو 3 موقع دیے، آپ نے تینوں موقعوں پہ ادھر ادھر کی باتیں کی. برا کہا جا سکتا ہے، یہ بات آپ کی درست ہے. اگر کوئی قاتل ہے، چور ہے، اس کو کہا جا سکتا ہے. کوئی گستاخ ہے، اس کو کہہ سکتے ہیں یہ گستاخ ہے. کوئی جھوٹا ہے، اس کو کہہ سکتے ہیں یہ جھوٹا ہے، چاہے اس نے جو مرضی جھوٹ بولا ہو. یہ بات آپ کی میں مان لیتا ہوں. اسی سوال کا میرا جواب دینا. لیکن میرا سوال یہ نہیں تھا. میرا سوال جو تھا وہ آپ کو جواب نہیں دینا چاہ رہے کیونکہ آپ شرمندگی فیل کر رہے ہیں کہ آپ کو پتہ ہے یہ کس نے الفاظ لکھے ہیں. یہ تو منافقت ہے نا بھائی کہ آپ کو جواب پتہ ہونے کے باوجود آپ ادھر کی چھوڑ رہے ہیں. دیکھ لیں پھر. اب اچھا نہیں کر رہے، بات نہیں کرنے. چوتھا موقع دیتا ہوں بھائی، آپ پھر جواب دے دیں. آپ بات نہیں کرنے دے رہے پھر. ہاں جی، میں صرف یہ کہہ رہا ہوں کہ آپ جیسے فائے ہیں نا کہ جیسے برے کو برا کہا جاتا ہے، ڈاکو کو ڈاکو ہی کہا جائے گا. وہ جو معاشرے کی برائیاں ہوتی ہیں نا، اس کو جو قرآن مجید میں بھی جس طرح جو برے لوگ ہیں ان کی برائیوں کا ذکر کرتے ہیں. سوال پوچھے بھائی یہ لفظ کدے نے؟ امن نبی صاحب کوئی جواب ہی دین دیا کرو پھر. یار سوال کی ہے ٹروتھ سیکر؟ جواب تے دین دیو نا. ہن تہاڈی طرح جواب دی. قرآن مجید دا سوال ہویا ہے. ہاں قرآن مجید تو میں سمجھانا چاہواں گا نا. قرآن مجید کے بارے تے سوال نہیں ہویا. بعد چ کر لینا جو کرنا ہے. میں کہندا پیا کہ جدوں کسی معاشرے دی برائی دا ذکر کر کے جڑا ہے جنرلی سپیکنگ ٹھیک ہے اے طریقہ سنتے لو نا. تو ٹھیک ہے، پہلے سنتے لو پوری گل. پر یہ تے سوال ہی نہیں کیتا گیا نا. لیکن سنتے لو نا. جڑا سوال نہیں کیتا گیا دا جواب سن لے. میں سمجھدا کہ یہی بڑا مناسب جواب ہے. ہن جواب دین دے مینوں. اچھا جواب ہے بھئی قرآن مجید چاہے لفظ آیا وہ لفظ ہے. سوال ہے نہیں میں کہہ رہا سنتے لو. میں یہ کہندا پیا واں کہ جیڑی برائی ہوندی ہے اودا ذکر کر کے جنرلی سپیکنگ، ٹھیک ہے، جنرلی سپیکنگ برے نو برا کہا گیا، قرآن میں کہا گیا. اور برائی کا ذکر اس طرح کرنا کہ اس کا پہلے اللہ تعالیٰ نے بھی پہلے برائی اس کی وجہ بتائی کہ جو لوگ الزام بازی کرتے ہیں، جو سارا وہ برائیاں ان کی بتا کے پھر ان کے لیے سخت الفاظ استعمال کیے، جیسے زنیم کا لفظ استعمال کیا، لیکن اس کی برائی بتا کے.
लेकिन किसी का नाम नहीं लिया, किसी पे पर्सनल अटैक नहीं किया। हाँ, जो बहुत हद से बढ़ गया, जैसे अबू लहब था, उसके बारे में अल्लाह ताला ने उसका नाम लेके सख्त अल्फाज इस्तेमाल किए, ठीक है। कोई इख्तलाफ है ਜਿਹੜੀ ਗੱਲ ਤੋਂ ਪਿਆ ਕਰਨਾ ਹੈ, ਜਿਹੜੀ ਗੱਲ ਤੋਂ ਪਿਆ ਕਰਨਾ ਹੈ, ਇਹਦੇ 'ਚ ਕਿਸੇ ਤੇ ਕੋਈ ਇਖਤਲਾਫ ਹੈ ਹੀ ਨਹੀਂ। ਜਿਹੜਾ ਸਵਾਲ ਪੁੱਛ ਰਹੇ ਹੋ, नहीं है तो फिर सवाल भी कोई नहीं है। सवाल है वे कि अल्फाज किदे ने हमारे दुश्मन बेअबानों के खंजीर हो गए और औरतें उनकी कुत्तियों से बढ़ गई। ऐ सवाल है। मैं तो यही कहता पिया ना कि ਇਜ਼ੀ ਕਰ ਦੇਣਾ ਥੋੜਾ ਜਿਹਾ ਅਮਰ ਨਜ਼ੀਰ ਸਾਹਿਬ, ਸ਼ਾਇਦ ਤੁਸੀਂ ਸਾਰਿਆਂ ਨੂੰ ਸਵਾਲ ਦਾ ਜਵਾਬ ਦੇਣਾ ਨਾ ਇਹਨਾਂ ਨੂੰ ਈਜ਼ੀ ਹੋ ਜਾਏ ਕਿ ਇੱਕ ਮੈਂ ਜੁਮਲਾ इंग्लिश बोलना, देयर इज नो पावर इन द वर्ल्ड दैट कैन अनडू पाकिस्तान। दुनिया में कोई ऐसी ताकत नहीं जो पाकिस्तान को ख़त्म कर सकेगी। ਇਹ ਕਿਹਦੇ ਅਲਫਾਜ਼ ਨੇ? ਤੁਹਾਨੂੰ ਸਾਰਿਆਂ ਨੂੰ ਪਤਾ ਕਾਇਦੇ ਆਜ਼ਮ ਦੇ ਨੇ। ਤੁਸੀਂ ਫੌਰਨ ਕਹੋਗੇ ਜੀ ਕਾਇਦੇ ਆਜ਼ਮ ਨੇ ਫਰਮਾਇਆ ਸੀ, ਇਹ ਕਾਇਦੇ ਆਜ਼ਮ ਦੇ ਅਲਫਾਜ਼ ਨੇ। नहीं गलती कहा गए। ਨਾ ਦੇ ਅਲਫਾਜ਼ ਨੇ। अगर चौधरी रसूलुल्लाह साहब ने ਇਹੋ ਜੀ ਗੱਲ ਕੀਤੀ ਹੋਏ, ਫਿਰ नसरुल्ला केड़ा ਜ਼ਫਰੁल्ला चौधरी ਜ਼ਫਰੁल्ला नहीं, जफरुल्ला ते जेड़ा वो ते वो आप पे राती रोंदा सी, आंदा सी ਹੁਣ ਦੇਖੋ ਨਾ, ਹੁਣ ਤੁਸੀਂ ਗਲਤ ਪਾਸ ਮਾਰ यार बाउंड्री कमीशन ਦੇ ਸਾਹਮਣੇ ਉਹ ਪੇ ਕਹਿੰਦੇ ਸੀ ਕਿ ਮੈਂ ਕਰਨੀ ਸੀ ਆਪਣਾ ਕੇਸ ਪੇਸ਼ ਕਰਨਾ ਸੀ, ਸਾਬਤ ਹੀ ਨਹੀਂ ਕਰ ਸਕੇ ਅੱਜ। ਕੱਖ ਵੀ ਨਹੀਂ ਆਂਦੇ ਨੇ ਮੇਰੇ ਉੱਥੇ ਕਰਨ ਵਾਲਾ ਕੰਮ ਹੀ ਕੋਈ ਨਹੀਂ। ਕਿਹਾ ਸੀ ਫਿਰ ਹੁਸੈਨੀ ਸਾਹਿਬ ਨੇ ਕੀ ਕਿਹਾ ਸੀ ਤੁਹਾਨੂੰ? ਹੁਸੈਨੀ ਸਾਹਿਬ ਹੀ ਤੁਹਾਡੀ ਗੱਲ ਨਹੀਂ ਸੀ ਮੰਨ ਰਹੇ। ਕਿਹੜੀ ਗੱਲ ਮੇਰੀ ਨਹੀਂ ਮੰਨ ਰਹੇ ਸੀ? ਉਹਨਾਂ ਨੇ ਤੁਹਾਨੂੰ ਕੰਟਰਡਿਕਟ ਕਰ ਦਿੱਤਾ ਕਿ ਉਹ ਪਹਿਲੀ ਬਾਉਂਡਰੀ ਕਮਿਸ਼ਨ ਦਾ ਕਿਸੇ ਦਾ ਹੱਥ ਨਹੀਂ ਸੀ, ਉਹ ਬਾਉਂਡਰੀ ਕਮਿਸ਼ਨ ਨੇ ਪਹਿਲੀ ਜ਼ੇਨ ਬਣਾਇਆ ਸੀ, ਪਹਿਲੇ ਹੀ ਜ਼ੇਨ ਬਣਾਇਆ ਸੀ। ਮੈਂ ਮੰਨ ਲਿਆ, ਮੈਂ ਕਦੋਂ ਦਾ ਇਨਕਾਰ ਕੀਤਾ? ਲੇਕਿਨ ਉਹਨਾਂ ਨੇ ਇਹ ਜ਼ਿਕਰ ਜ਼ਰੂਰ ਕੀਤਾ ਸੀ ਕਿ ਚੌਧਰੀ ਜ਼ਫਰੁल्लाह ਨੇ ਬੈਸਟ ਕੇਸ ਰਿਪਰੈਜ਼ੈਂਟ ਕੀਤਾ ਹੈ। ਕਿਸ ਤਰ੍ਹਾਂ? ਇਹੋ ਹੀ ਇਹਦੀ ਤਾਂ ਦਲੀਲ ਮੈਨੂੰ ਚਾਹੀਦੀ ਹੈ ਕਿ ਉਹ ਜਿਹੜਾ ਜਿਹਨੇ ਪਹਿਲੇ ਹੀ ਸੁਣ ਤੇ ਲੈ, ਇੱਕ ਮਿੰਟ ਸੁਣ ਸਿਕ। ਅਗਰ ਇੱਕ ਜੱਜ ਤੁਹਾਡੇ ਸਾਹਮਣੇ ਬੈਠੇ ਹੈ, ਉਹਨੇ ਪਹਿਲੇ ਹੀ ਤੁਹਾਨੂੰ ਸਜ਼ਾਏ ਮੌਤ ਦੇਣ ਦਾ ਫੈਸਲਾ ਕੀਤਾ ਹੈ, ਠੀਕ ਹੈ, ਤੁਸੀਂ ਉਹਦੇ ਅੱਗੇ ਕੇਸ ਪੇਸ਼ ਕਰਨ ਜਾਂਦੇ ਹੋ ਤੇ ਤੁਹਾਨੂੰ ਇਹ ਦੱਸਣਾ ਹੋਵੇਗਾ ਕਿ ਮੈਨੂੰ ਜੱਜ ਨੇ ਪਹਿਲੇ ਹੀ ਫੈਸਲਾ ਕੀਤਾ ਸੀ ਮੈਨੂੰ ਸਜ਼ਾਏ ਮੌਤ ਦੇਣ ਦਾ, ਲੇਕਿਨ ਮੈਂ ਉਹਨੂੰ ਇਹ ਵੀ ਦੱਸਿਆ ਕਿ ਗਵਾਹ ਉੱਥੇ ਮੌਜੂਦ ਨਹੀਂ ਸੀ, ਮੈਂ ਉਹਨੂੰ ਇਹ ਵੀ ਦੱਸਿਆ ਕਿ ਇਹਨੂੰ ਗੋਲੀ ਨਾਲ ਮੌਤ ਨਹੀਂ ਹੋਈ, ਮੈਂ ਉਹਨੂੰ ਇਹ ਵੀ ਦੱਸਿਆ ਕਿ ਇਹਦੀ ਡੈਥ ਰਿਪੋਰਟ ਗਲਤ ਬਣੀ ਹੈ, ਮੈਂ ਉਹਨੂੰ ਇਹ ਵੀ ਦੱਸਿਆ ਕਿ FIR ਗਲਤ ਕੱਟੀ ਹੈ। ਆਪਣੇ ਦਲਾਇਲ ਤੇ ਦੇਈ ਦੇ ਨੇ ਨਾ ਕਿ ਮੈਂ ਇਸ ਤਰ੍ਹਾਂ ਕੇਸ ਰਿਪਰੈਜ਼ੈਂਟ ਕੀਤਾ। ਮੇਰਾ ਸਵਾਲ ਇਹ ਵੇ ਕਿ ਚੌਧਰੀ ਜ਼ਫਰੁल्लाह ਨੇ ਕੇਸ ਜਿਹੜਾ ਰਿਪਰੈਜ਼ੈਂਟ ਕੀਤਾ ਹੈ, ਉਹ ਕਿੱਥੇ ਨੇ ਦਲਾਇਲ? ਉਹ ਕਿੱਥੇ ਨੇ? ਇਹ ਮੇਰਾ ਸਵਾਲ ਹੈ। ਉਹੀ ਤੇ ਹੁਸੈਨੀ ਸਾਹਿਬ ਨੇ ਦੱਸੇ ਸਨ। ਹੁਸੈਨੀ ਸਾਹਿਬ ਇੱਕ ਵੀ ਦਲੀਲ ਨਹੀਂ ਦਿੱਤੀ ਹੈ। ਮੈਂ ਤਾਂ ਪੁੱਛਦਾ ਰਿਹਾ ਕਿਹਾ ਸੀ ਕਿ ਤਾਰੀਫਾਂ ਉਹਨਾਂ ਨੇ ਦਲਾਇਲ ਦੀ ਬੜੀ ਹੋਏ ਸਨ ਜਿਹੜੇ ਯਾਰ ਤਾਰੀਫਾਂ ਹੋਈਆਂ ਜਿੰਨਾ ਕੀਤੀਆਂ। ਪਰਵੇਜ਼ ਰਸ਼ੀਦ ਪਰਸੋਂ ਤਾਰੀਫਾਂ ਕਰਦਾ ਸੀ ਤੇ ਉਹਨੂੰ ਮੈਂ ਪੁੱਛਿਆ, ਪਰਵੇਜ਼ ਰਸ਼ੀਦ ਨੇ ਪਰਸੋਂ ਕੀਤੀ ਸੀ। ਹਾਂਜੀ ਹੈ ਪਰਵੇਜ਼ ਰਸ਼ੀਦ ਨੇ ਪਰਸੋਂ ਕੀਤੀ ਹੋਏਗੀ, ਲੇਕਿਨ ਉਸ ਜ਼ਮਾਨੇ 'ਚ ਵੀ ਕਾਇਦੇ ਆਜ਼ਮ ਤੇ ਉਹਨਾਂ ਦੇ ਜਿਹੜੇ ਸ਼ਰੀਕ ਮਨਾਲ ਸਨ, ਮੁਸਲਿਮ ਲੀਗ ਦੇ ਜਿਹੜੇ ਟੌਪ ਦੀ ਲੀਡਰਸ਼ਿਪ ਸੀ, ਉਹਨਾਂ ਦੇ ਜ਼ਿਕਰ ਕਰ ਰਹੇ ਸਨ ਨਾ ਹੁਸੈਨੀ ਸਾਹਿਬ ਕਿ ਉਹ ਤਾਰੀਫ ਕਰਦੇ ਆ। ਜਿੰਨੇ ਵੀ ਜਿਸ ਜ਼ਮਾਨੇ 'ਚ ਵੀ ਤਾਰੀਫ ਕੀਤੀ ਹੈ, ਬੁਨਿਆਦ ਹੋਣੀ ਚਾਹੀਦੀ ਹੈ ਨਾ ਤਾਰੀਫ ਦੀ। ਬਸ ਇੰਨਾ ਮੈਂ ਪੁੱਛ ਰਿਹਾ, ਬੁਨਿਆਦ ਕਿੱਥੇ? ਉਹ ਹੁਸੈਨੀ ਸਾਹਿਬ ਕੋਲ ਪੁੱਛ ਲਓ। ਚਲੋ ਅੱਜ ਮੈਂ ਦੁਬਾਰਾ ਪੁੱਛ ਲਾਂਗਾ ਤੇਰੇ ਸਾਹਮਣੇ, ਤੂੰ ਮੇਰੀ ਮਦਦ ਕਰਨੀ ਹੈ। ਹੁਸੈਨੀ ਸਾਹਿਬ ਨੂੰ ਕਹਿਣਾ ਹੈ ਕਿ ਹੁਸੈਨੀ ਸਾਹਿਬ ਉਹ ਬੁਨਿਆਦ ਦੱਸੋ ਕਿ ਚੌਧਰੀ ਜ਼ਫਰੁल्लाह ਨੇ ਕਿਹੜਾ ਆਰਗੂਮੈਂਟ ਦਿੱਤਾ, ਉਹ ਕਿੱਥੇ ਨੇ ਆਰਗੂਮੈਂਟਸ? ਜਿਹੜਾ ਬੈਸਟ ਕੇਸ ਰਿਪਰੈਜ਼ੈਂਟ ਪੇਸ਼ ਕਰਨ ਦੇ ਜਿਹੜੇ ਆਰਗੂਮੈਂਟਸ ਨੇ ਉਹ ਕਿੱਥੇ ਨੇ? ਜ਼ਬਾਨੀ ਕਲਾਮੀ ਆਖੀ ਜਾਣਾ ਬੈਸਟ ਕੇਸ ਰਿਪਰੈਜ਼ੈਂਟ ਕੀਤਾ, ਬੜਾ ਅੱਛਾ ਮੁਕੱਦਮਾ ਲੜਿਆ, ਬੜੀ ਮਿਹਨਤ ਕੀਤੀ। ਉਹ ਨਾਲ ਹੀ ਉਹ ਰੋਂਦਾ ਪਿਆ, ਉਹ ਕਹਿੰਦਾ ਉਹ ਜਿਹੜਾ ਰੈੱਡ ਕਲਿਫ ਉਹਨੇ ਪਹਿਲਾਂ ਹੀ ਜ਼ੇਨ ਬਣਾਇਆ ਤੇ ਉਹਨੇ ਤੇ ਸਾਡੀ ਸੁਣੀ ਨਹੀਂ, ਸਾਡਾ ਤਾਂ ਫਾਇਦਾ ਹੀ ਕੋਈ ਨਹੀਂ ਸੀ। ਮੈਂ ਤੇ ਅਸਤੀਫਾ ਦੇਣ ਚੱਲਾ ਸੀ ਮੁਹੰਮਦ ਅਲੀ ਜਨਾਹ ਨੂੰ, ਮੈਂ ਮਨੀਰ ਨੂੰ ਆਖਿਆ ਆ ਜਾ ਚਲੀਏ ਘਰੋਂ ਘਰ, ਚਲੋ ਜੀ ਬੱਤੀਆਂ ਬੁਝਾਓ ਤੇ ਆਰਾਮ ਕਰੋ। ਉਹ ਕਹਿੰਦੇ ਮੈਂ ਘਰ ਚੱਲਾ ਸਾਂ ਤੇ ਇਹ ਆਂਦੇ ਨੇ ਬੜਾ ਬੈਸਟ ਕੇਸ। ਉਹ ਕਿੱਥੇ ਮੈਂ ਬੈਸਟ ਕੇਸ ਦੀ ਰਿਪਰੈਜ਼ੈਂਟੇਸ਼ਨ? ਚਲੋ ਇਹ ਦੀਗਰ ਸਾਥੀ ਆ ਕੇ ਗੱਲ ਕਰ ਲਓ। ਚਲੋ ਅੱਛਾ ਠੀਕ ਹੈ, ਚਲੋ ਮੈਂ ਫਿਰ ਇਜਾਜ਼ਤ ਲੈਂਦਾ ਹਾਂ। ਸ਼ਾਹਰੀ ਆਏ ਨੇ ਕੋਈ ਗੱਲ ਕਰ ਲਓ, ਆਪਣੇ ਕਲਾਊਡ ਸਰਫਰ ਸਾਹਿਬ ਆਏ ਨੇ ਕੋਈ ਗੱਲ ਕਰਨੀ ਕਰ ਲਓ। ਅੱਛਾ ਟਰੂਥ ਸੀਕਰ ਸਾਹਿਬ, ਆਖਰੀ ਗੱਲ ਇੱਕ ਮੇਰੀ ਸੁਣ ਜਾਓਗੇ ਜਾਂਦੇ ਜਾਂਦੇ। ਮੁਸਲਿਮ ਸਾਹਿਬ ਉਹਨਾਂ ਨੂੰ ਤੁਸੀਂ ਅੱਧੀ ਗੱਲਾਂ ਕਰਦੇ ਹੋ। ਤੁਤ ਮੁਸਲਿਮ ਸਾਹਿਬ ਤੁਹਾਨੂੰ ਪਤਾ ਨਹੀਂ ਕੀ ਹੋ ਗਿਆ, ਅੱਧੀ ਗੱਲਾਂ ਜੋਗੇ ਰਹਿ ਗਏ ਹੁਣ। ਉਹ ਮੁਸਲਿਮ ਸਾਹਿਬ ਤੁਸੀਂ ਛੋੜ ਦਿਓ ਹੁਣ, ਵਾਰੀ ਵਾਰੀ ਸਾਰੇ ਇੱਕ ਇੱਕ ਬੰਦਾ ਗੱਲ ਕਰੋ, ਰੋਲਾ ਨਾ ਬਸ਼ਾ। ਮੁਸਲਿਮ ਸਾਹਿਬ ਅੱਛੇ ਭਲੇ ਬੰਦੇ ਹੁੰਦੇ ਸਨ, ਹੁਣ ਅੱਧੀ ਗੱਲਾਂ ਕਰਦੇ ਨੇ, ਪੂਰੀ ਗੱਲ ਵੀ ਨਹੀਂ ਕਰ ਪਾਉਂਦੇ। ਚਲ ਗੱਲ ਕਰ ਲੈ ਸ਼ਾਹ। ਸੋ ਸਿੱਕਰ ਸਾਹਿਬ ਤੁਹਾਡੇ ਕੋਲ ਕੁਝ ਆਪਣਾ ਵੀ ਹੈ ਜਾਂ ਸਾਰਾ ਹੁਸੈਨੀ ਸਾਹਿਬ ਦਾ ਹੈ? ਦੇਖੋ ਜੋ ਤੁਹਾਡੇ ਆਪਣੇ ਘਰ ਤੋਂ ਜਵਾਬ ਆ ਰਹੇ ਹੋਣ ਤੇ ਫਿਰ ਸਾਨੂੰ ਕੀ ਜ਼ਰੂਰਤ ਹੈ? ਤੁਹਾਨੂੰ ਕਿਹਨੇ ਕਿਹਾ ਕਿ ਹੁਸੈਨੀ ਸਾਹਿਬ ਸਾਡੇ ਘਰ ਦੇ ਨੇ? ਹੁਣ ਫਿਰ ਤੇ ਫਿਰ ਸਾਬਿਤ ਕਰੋ ਸਾਡੇ ਘਰ ਦੇ ਨੇ। ਹੁਣ ਆਪਸ ਵਿੱਚ ਕਹਿੰਦੇ ਹੋ ਸਾਰੇ ਇਕੱਠੇ ਤੇ ਫਿਰ ਕਹਿੰਦੇ ਹੋ ਨਹੀਂ ਇਕੱਠੇ। ਨਹੀਂ ਇਹ ਤੁਸੀਂ ਦਾਵਾ ਕੀਤਾ ਹੈ ਨਾ, ਤੁਸੀਂ ਇਹ ਦੱਸਣਾ ਹੈ ਵੀ ਹੁਸੈਨੀ ਸਾਹਿਬ ਸਾਡੇ ਘਰ ਦੇ ਨੇ, ਇਹ ਦੱਸਣਾ ਹੈ ਤੁਸੀਂ। दावा तो ना, दलील दो। शादी मैं क्या कर सकता हूँ, जब भी आप लोग तो कहते हैं कि हम सारे इकट्ठे,
جب ہم اللہ آپ کے بندے آپ نے ساروں کی بات نہیں دیکھنا ڈسون کر دیتے ہیں. دیکھنا ساروں کی بات نہیں کی، ساروں کی بات نہیں کی. آپ نے حسینی صاحب پہلے یہ ثابت کریں کہ حسینی صاحب ہمارے ہیں، یہ بتائیں، یا میرے ہیں، میرے ساتھ بات کر لیں کہ وہ ظفر اللہ شاہ کے ہیں، یہ بتا دیں. چلیں اور جو میرے ان کے ساتھ دیکھیں نا، میرے ان کے ساتھ بنیادی اختلافات ہیں. وہ حیات مسیح، وہ وفات مسیح کے قائل ہیں، میں وفات مسیح کا قائل ہوں. ایک منٹ میں ریکارڈنگ آن کر لوں، ایک منٹ ٹھہریے گا. کیا کر لیں. ہاں ریکارڈنگ کر کے تب آپ بولنا شروع کر دیں. ریکارڈنگ کر کے اب آپ بولنا شروع کر دیں. نہیں آپ جو بتا رہے تھے وہ بتائیں نا. نہیں آپ بتاؤ نا، دلائل دیں. اب آپ نے جو دعویٰ کیا اس کے دلائل دیں. آپ جو حسینی صاحب کے بارے میں بتا رہے ہیں. اچھا بتائیں، حسینی صاحب وفات حیات مسیح کے قائل ہیں، بتائیں. آپ بتائیں نا. ابھی آپ میں کیوں بتاؤں؟ دعویٰ آپ کا ہے. دیکھیں نا، دعویٰ آپ کا ہے تو دلائل میں نے دینے. آپ بولیں. شاہ جی اچھی پلی آپ نے بات چیت شروع کی تھی، میں نے ریکارڈنگ ہی آن نہیں ریکارڈنگ میں دیکھیں، میں اسی ریکارڈنگ کے تناظر میں عرض کر رہا ہوں کہ حسینی صاحب آپ بتا دیں کیا وہ حیات مسیح کے قائل ہیں علیہ السلام؟ بتائیں. نہیں میں کیوں بتاؤں، اب آپ جو بتا رہے تھے بس زبان بند. میرا سوال آپ نے کہا حسینی صاحب پر تبصرہ کیا، میں آپ سے پوچھ رہا ہوں یا کسی سے پوچھ کر بتا دیں کہ حسینی صاحب حیات مسیح کے قائل ہیں یا وفات مسیح کے قائل ہیں؟ بتائیے. آپ بتائیں. میں بتانا تھی یہ کی کرنا آئے ہو، جاؤ کام کرو اپنا. ابھی آپ یہ بتا رہے تھے، اب نہیں بتا رہے. زبردست جی زبردست. میں آپ کی زبان سے سننا چاہتا ہوں، حیات مسیح کے قائل ہیں وفات مسیح کے قائل، یہ بتائیں تو صحیح ذرا. اب آپ میری زبان سے سننا چاہتے ہیں. پہلے نہیں بتائیں گے. چلے بیان کر رہے تھے، چلے چھوڑ دے اس موضوع کو. لیجیے کلاؤڈ سرور سب کریں ان سے بات. کیا ہو گیا؟ بس پاگل ہو گئے ہو؟ مزہ آیا کافی، مزہ آ گیا. آپ جواب نہیں دیا، زبان گنگ ہوگی کہ نہیں ہوگی؟ ریکارڈنگ آن ہونے پہ کیسی چینجز ہو جاتی ہیں. نہیں میں تو اب بھی کہہ رہا ہوں کہ حسینی صاحب وفات مسیح کے قائل، میرا ان سے اختلاف ہے، بتا رہا ہوں آپ کو. اس میں کیا ہے؟ میں نے کچھ چھپائی بات؟ لیکن آپ میں اتنی ہمت نہیں ہوئی کہ کہہ سکے. شکر ہے کہہ دیا. ہاں میرے، ہاں بالکل. پھر آپ ان کو سمجھتے ہیں کہ وہ آپ میں سے نہیں ہے. دیکھیں یہ ہے، سنیں مسلمان نہیں ہے. میری بات سننا. نہیں اب یہ حاشیہ آرائی آپ کا کام ہے، حاشیہ آرائی نہ کریں. اب آپ نے، میں نے ایک دلیل دی ہے نا، اب آپ کہیں وہ آپ کے ہیں، بتائیے. میں تو آپ سے یہ پوچھ رہا ہوں. نہیں بتائے نا وہ آپ کے ہیں. او سننا میری بات، علیہ السلام کو حیات نہیں مانتا، میری بات سننا. او میری بات تو سننا، وہ آپ کے ہیں. میں یہ پوچھ رہا ہوں کہ جو اچھا جو حضرت عیسیٰ علیہ السلام اب ختم ہو گیا. چلو موجے کر اب. اچھا لو جی کلاؤڈ سرور سے بات کریں. کو جو حیات نہیں مانتا وہ زبان گنگ ہوگی نا. اب نہیں نا، پہلے بتائے وہ آپ کے ہیں. شاہ جی اب اپنے عقیدے کو اب چھوڑ رہے ہیں. لو جی میں نے تو عقیدہ بتا دیا. کتنا یار جھوٹ کیوں بولتے؟ جو نہیں مانتا میں نے عقیدہ بتا دیا اب آپ کو. جو نہیں مانتا ان کو حضرت عیسیٰ علیہ السلام کو آسمان پہ زندہ، کیا وہ مسلمان ہے کہ نہیں؟ بتائیں. جو مرزا غلام قادیانی صاحب کو نبی نہیں مانتا، اس کو آپ کیا مانتے ہیں؟ بتائیے. وہ اللہ کی نظر میں کافر ہے. اچھا آپ کی نظر میں؟ ہماری نظر میں اگر اپنے آپ کو مسلمان کہتا ہے ہم اس کو مسلمان کہیں گے. ہاں سنیا، میری نظر میں وہ سچا پکا مسلمان ہے جو مرزا صاحب کو جھوٹا اور نبی نہیں مانتا. جھوٹا مانتا ہے اور نبی نہیں مانتا. یہ میرا عقیدہ بھی سن. حضرت عیسیٰ علیہ السلام کو حیات نہیں مانتا، وہ جواب آ کہ نہیں؟ چلے جواب آ گیا. چلے جواب آ گیا. ٹھیک ہے. لو جی کلاؤڈ سرور صاحب ہے، بات کریں ان سے. چلیں شکریہ جی، میں نے ریکارڈنگ کر لی ہے. کر لیں 10 بار کریں، کیا ہو گیا؟ کمال ہے. اب یہی آپ کے گالاں شاہ ہوراں نے کڈیاں نے او نہیں ریکارڈ کیتیاں، بعد چ ریکارڈنگ آن کیتیاں جڑیاں 14-15 شاہ ہوراں نے سانی صاحب وہ نہیں سینی صاحب لائیو آئے نے. سینی صاحب لائیو آئے نے اس ٹائم؟ نہیں وہ فیک آئی ڈی ہے اس ٹائم نہیں آتے. میں کہا گالاں شاہ ساریاں ریکارڈ کر لینی آئی ہیں نا. اچھا ٹروتھ سیکر ان کا دندہ عامر نذیر صاحب، ان کا دندہ ہی ٹوٹوں سے چلتا ہے، ٹوٹے کاٹنے کا دندہ. ٹروتھ سیکر جڑا تلت ملک ہے، جڑا کہندا ہے کہ عیسیٰ علیہ السلام تے مسیح علیہ السلام یہ صفتاں نے، محمد علیہ السلام، ابراہیم علیہ السلام، یہ جتنے انبیاء نے، انہاں جو کسے دا بھی ایس نام دا نبی کوئی دنیا تے آیا ہی نہیں. اے تہاڈا بھرا ہے کہ تہاڈے چ نہیں ہے؟
ਇੰਨੀ ਜ਼ਬਰਦਸਤ ਗੱਲ ਕੀਤੀ ਨਾ ਤਲਤ ਮਲਕ ਸਾਹਿਬ ਨੇ। ਮੈਂ ਇਹ ਜਿਹੜੇ ਇੱਥੇ ਬੈਠੇ ਸੀ ਨਾ, ਇਹ ਬਨੀ ਇਸਰਾਇਲ, ਠੀਕ ਹੈ, ਇਹ ਇਹਨਾਂ ਦਾ ਹੁੰਦਾ ਕਿ ਇਹ ਕਰੈਕਟਰਸ ਨੇ, ਨਬੀ ਜਿਹੜੇ ਨਾ ਕਰੈਕਟਰ ਨੇ, ਠੀਕ ਹੈ। ਉਹਨਾਂ ਨੇ ਇੰਨੀ ਜ਼ਬਰਦਸਤ ਗੱਲ ਕੀਤੀ ਇਹਨਾਂ ਨੂੰ, ਇਹ ਕੁਰਾਨ ਵਿੱਚ ਬੈਠੇ ਸਨ ਤੇ ਕਹਿੰਦੇ ਨੇ ਤਲਤ ਸਾਹਿਬ, ਦੇਖੋ ਜਿਹੜਾ ਸੱਚਮੁੱਚ ਨਾ ਆਇਆ ਹੋਵੇ ਉਹਦੀ ਮਿਸਾਲ ਬਿਆਨ ਕੀਤੀ ਜਾ ਸਕਦੀ ਹੈ, ਉਹਦੀ ਸਿਫਤ ਬਿਆਨ ਕੀਤੀ ਜਾ ਸਕਦੀ ਹੈ। ਅਗਰ ਕਿਸੇ ਨੂੰ ਸਿਫਾਤੀ ਤੌਰ 'ਤੇ ਬਿਆਨ ਕੀਤਾ ਜਾ ਰਿਹਾ ਹੈ ਤੇ ਲਾਜ਼ਮੀ ਉਹ ਹਕੀਕੀ ਤੌਰ 'ਤੇ ਵੀ ਸੀ, ਤਾਂ ਹੀ ਉਹਦੀ ਮਿਸਾਲ ਦਿੱਤੀ ਜਾ ਰਹੀ ਹੈ ਨਾ। ਮਤਲਬ ਇੰਨਾ ਜ਼ਬਰਦਸਤ ਆਰਗੂਮੈਂਟ ਮੈਂ ਤਲਤ ਸਾਹਿਬ ਦੇ ਕਈ ਦਫਾ, ਠੀਕ ਹੈ, ਉਹਨਾਂ ਨੇ ਆਰਗੂਮੈਂਟ ਦਿੱਤਾ ਹੋਇਆ। ਮੇਰਾ ਸਵਾਲ ਹੈ ਵੇ, ਇਸ ਤੋਂ ਇਹ ਸਾਬਤ ਹੋਇਆ ਨਾ ਕਿ ਹਕੀਕੀ ਤੌਰ 'ਤੇ ਮੰਨਦੇ ਨੇ ਨਾ। ਜਿਹੜੇ ਕੁਰਾਨ ਦੇ ਵਿੱਚ ਅੰਬੀਆ ਦਾ ਨਾਂ ਹੈ ਨਾ, ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਤੋਂ ਲੈ ਕੇ ਹਜ਼ਰਤ ਨੂਹ ਅਲੈਹਿਸਲਾਮ ਤੱਕ, ਹਜ਼ਰਤ ਆਦਮ ਅਲੈਹਿਸਲਾਮ ਤੱਕ, ਉਹ ਆਂਦੇ ਨੇ ਇਸ ਨਾਂ ਦਾ ਕੋਈ ਨਬੀ ਦੁਨੀਆ ਦੇ ਉੱਤੇ ਆਇਆ ਹੀ ਨਹੀਂ। ਇਹ ਮਲਕ ਸਾਹਿਬ ਨੇ ਸਾਫ਼ ਆਖਿਆ। ਨਹੀਂ, ਇਹ ਨਹੀਂ ਕਿਹਾ। ਜੇ ਇਹ ਨਾ ਕਿਹਾ ਹੋਵੇ ਤੇ ਮੈਂ ਮਾਫੀ ਮੰਗਾਂਗਾ, ਜੁਰਮਾਨਾ ਵੀ ਅਦਾ ਕਰਾਂਗਾ। ਮੈਨੂੰ ਦੱਸੋ ਤੁਸੀਂ ਕਿ ਮੈਂ ਇਸ ਗੱਲ ਦਾ ਕੀ ਮਤਲਬ ਹੈ। ਇਹ ਗੱਲ ਤਲਤ ਸਾਹਿਬ ਨੇ ਕਹੀ ਸੀ ਕਿ ਜੋ ਸਫਾਤੀ ਤੌਰ 'ਤੇ ਜਾਂ ਜਿਹਦੀ ਮਿਸਾਲ ਦਿੱਤੀ ਜਾਂਦੀ ਹੈ ਉਹ ਲਾਜ਼ਮੀ ਹਕੀਕੀ ਤੌਰ 'ਤੇ ਆਇਆ ਹੈ ਤੇ ਉਹਦੀ ਸਫਾਤੀ ਜਾਂ ਮਿਸਾਲ ਤੌਰ 'ਤੇ ਜਾਂ ਮਿਸਾਲ ਦੇ ਤੌਰ 'ਤੇ ਮਿਸਾਲ ਦਿੱਤੀ ਜਾਂਦੀ ਹੈ ਨਾ। ਉਹ ਸਿਫਾਤ ਹੀ ਮੰਨਦਾ ਨਾ, ਕਹਿੰਦਾ ਇਸ ਨਾਂ ਦਾ ਨਬੀ ਕੋਈ ਨਹੀਂ, ਇਹ ਸਿਰਫ ਨਹੀਂ। ਇਹਦਾ ਕੀ ਮਤਲਬ ਹੈ ਇਸ ਗੱਲ ਦਾ? ਹੁਣ ਇੰਨੀ ਵਾਜ਼ਿਹ ਗੱਲ ਹੈ ਤੇ ਤੁਸੀਂ ਉਲਟੀ ਗੱਲ ਕਰ ਰਹੇ ਹੋ ਯਾਰ। ਉਲਟੀ ਮੈਂ ਨਹੀਂ ਕਰ ਰਿਹਾ, ਜੋ ਨੇ ਕੀਤੀ ਮੈਂ ਉਹੀ ਕਰ ਰਿਹਾ। ਬੇਸ਼ੱਕ ਹੁਣ ਤਲਤ ਮਲਕ ਨੂੰ ਬੁਲਾ, ਜ਼ਬਰਦਸਤ ਆਰਗੂਮੈਂਟ ਦੇ ਰਹੇ ਨੇ ਕਿ ਸਿਫਾਤ ਉਹਦੀ ਬਿਆਨ ਕੀਤੀ ਜਾਣਗੀਆਂ, ਮਿਸਾਲ ਉਹਦੀ ਬਿਆਨ ਕੀਤੀ ਜਾਏਗੀ ਜੋ ਹਕੀਕੀ ਤੌਰ 'ਤੇ ਆਇਆ ਹੋਏ। ਇੱਥੇ ਮਲਕ ਸਾਹਿਬ ਨੂੰ ਸਮਝ ਹੀ ਨਹੀਂ ਆਏਗੀ, ਹੁਣ ਕਿੰਨਾ ਜ਼ਬਰਦਸਤ ਆਰਗੂਮੈਂਟ ਹੈ। ਅੱਛਾ, ਬੁਲਾ ਲੈਣੇ ਮਲਕ ਸਾਹਿਬ। ਕੁਰਾਨ ਦੇ ਅਗੇਂਸਟ, ਪਰ ਯਾਰ ਕੁਰਾਨ ਦੇ ਅਗੇਂਸਟ ਜਾਂ ਕਿਹਨਾਂ ਦੇ ਅਗੇਂਸਟ ਮੈਨੂੰ ਇਹ ਨਹੀਂ ਪਤਾ। ਮੈਨੂੰ ਇਹ ਮੈਂ ਪਤਾ ਹੈ ਕਿ ਮਲਕ ਸਾਹਿਬ ਮੇਰੇ ਸਾਹਮਣੇ, ਅੱਖਾਂ ਦੇ ਸਾਹਮਣੇ, ਕੰਨਾਂ ਮੇਰਿਆਂ ਨੇ ਸੁਣਿਆ। ਮਲਕ ਸਾਹਿਬ ਕਹਿ ਰਹੇ ਸੀ ਕਿ ਇਹ ਜਿਹੜੇ ਨਬੀਆਂ ਦੇ ਨਾਂ ਕੁਰਾਨ 'ਚ ਆਉਂਦੇ ਨੇ ਨਾ, ਈਸਾ ਅਲੈਹਿਸਲਾਮ, ਮੂਸਾ ਅਲੈਹਿਸਲਾਮ, ਦਾਊਦ ਅਲੈਹਿਸਲਾਮ, ਜ਼ਕਰੀਆ ਅਲੈਹਿਸਲਾਮ, ਯahya ਅਲੈਹਿਸਲਾਮ, ਇਸ ਨਾਂ ਦਾ ਕੋਈ ਨਬੀ ਆਇਆ ਹੀ ਨਹੀਂ। ਇਹ ਸਭ ਸਿਫਤਾਂ ਨੇ ਉਹਨਾਂ ਦੀਆਂ, ਇਹ ਸਭ ਉਹਨਾਂ ਦੀਆਂ ਸਿਫਾਤ ਨੇ। ਨਬੀ ਪਾਕ ਦਾ ਨਾਮ ਮੁਹੰਮਦ, ਉਹ ਕਹਿੰਦਾ ਕਿ ਮੁਹੰਮਦ ਇੱਕ ਸਿਫਤ ਹੈ। ਉਹਨਾਂ ਦੇ ਮਾਂ ਪਿਓ ਨੂੰ ਕੋਈ ਹੋਰ ਨਾਂ ਉਹਨਾਂ ਦਾ ਰੱਖਿਆ ਸੀ, ਸਾਨੂੰ ਉਹਦਾ ਪਤਾ ਨਹੀਂ। ਇਹ ਸਿਫਤ ਹੈ ਮੁਹੰਮਦ ਔਰ ਅਹਿਮਦ ਵੀ। ਇਸੇ ਤਰ੍ਹਾਂ ਈਸਾ ਨਹੀਂ ਮੰਨਣੀ ਨਾ। ਹੁਣ ਸਿੱਧੀ ਗੱਲ ਹੈ, ਤੁਸੀਂ ਨਹੀਂ ਮੰਨਦੇ ਪਏ, ਮੈਂ ਕੀ ਕਰਾਂ ਹੁਣ? ਇਹਦੇ ਨਾਲ ਐਗਰੀ ਕਿ ਨਹੀਂ ਐਗਰੀ? ਜਿਹੜੀ ਉਹਨਾਂ ਗੱਲ, ਸਿੱਧੀ ਗੱਲ ਮੰਨਣੀ ਨਹੀਂ ਹੁੰਦੀ। ਤੁਸੀਂ ਬਸ ਉਹ ਕਹਿੰਦੇ ਨੇ ਨਾ, ਉਹ ਕੋਈ ਗੁੰਝਲ ਹੀ ਪਾਣੇ ਹੁੰਦੇ ਨੇ। ਨਹੀਂ ਕੋਈ ਗੁੰਝਲ ਨਹੀਂ। ਮੈਂ ਵੱਲਾ ਜੋ ਗੱਲ ਲੇਕਿਨ ਮੈਨੂੰ ਟਰੂ ਮੁਸਲਿਮ ਸਾਹਿਬ ਅੱਛੇ ਭਲੇ ਬੰਦੇ ਹੁੰਦੇ ਸਨ, ਉਹਨਾਂ ਨੂੰ ਅੱਧੀ ਗੱਲਾਂ ਕਰਦੇ ਨੇ, ਪੂਰੀ ਗੱਲ ਨਹੀਂ ਕਰ ਪੰਗਾ ਲੈਣੀ। ਟਰੂ ਮੁਸਲਿਮ ਤੇਰੇ, ਮੈਂ ਉਹਨੂੰ ਚੁੱਪ ਕਰਾਇਆ ਜੋ ਤੇਰੇ ਫੱਟੇ ਚੱਕਦੇ ਨੇ। ਨਹੀਂ, ਪੂਰੀ ਗੱਲ ਵੀ ਬੰਦਾ ਕਰ ਲੈ। ਗੱਲ ਆਪੋ ਲੱਗੇ ਤੇਰੇ ਨਾਲ ਆੜ ਫਸ ਕਰ, ਯਾਨੀ ਅੱਛੇ ਭਲਾ ਬੰਦਾ ਹੁਣ ਉਹ ਪੂਰੀ ਗੱਲ ਹੀ ਨਾ ਕਰ ਸਕੇ ਤੇ ਅੱਧੀ ਗੱਲ ਕਰੇ। ਅੱਛਾ, ਛੋਟੀ ਜਿਹੀ ਮੈਂ ਗੱਲ ਹੋਰ ਕਰਨਾ। ਤੁਸੀਂ ਇਹ ਦੱसना है कि कम से कम पूरी गाल कर देना। मुसलमान को गाली देने से आदमी फासिक हो जाता है और मुसलमान से लड़ना कुफर है। ये किसके अल्फाज है? आप में से अक्सर लोगों को पता होगा, मुझे भी पता है, ये हमारे प्यारे नबी हज़रत मोहम्मद सल्लल्लाहु अलैहि वसल्लम के अल्फाज है। तो हमें तो बताने में कोई मतलब है झिझक नहीं हुई, तो आप क्यों इस तरह जो है डर रहे हैं और झिझक फील कर रहे हैं? आप सीधा क्यों नहीं बता देते? अगर आप बताने को शर्मिंदगी हो रही है तो आप समझ जाओ कोई दाल में काला है, तो फिर आप खुल के बात क्यों नहीं करते? बताइए थोड़ा सा। तो मुस्लिम भाई और बात भी करना चाहता हाँ जी, हूँ लेना कि आप लोगों को जो सवाल पूछा जाए आपको उसका जवाब आता है, आप घुमाते फिराते बहुत है, पेंचे लगाते हैं, इधर उधर बंदे को दौड़ाते हैं। और ये चीज मैंने मिर्जा साहब में भी देखी है। मिर्जा साहब से भी जब कोई सवाल पूछा जाए, अब देखें ना, अब देखें उधर जा रहे हैं, तहरीर इतनी लंबी कर देते थे कि साहिल जो है ना अपने जवाब को ढूंढता ही रह जाता था कि मेरा जवाब किधर है इस तहरीर में। क्या हो गया भाई, क्या हो गया? चले बोले आप। हाँ, मैं ट्रू मुस्लिम भाई, इतनी अच्छी आपकी पर्सनैलिटी थी, ठीक है। अब देखें हाल आपका क्या हो गया। आधी बातें करते हैं हम भाई, पूरी बात करके जो हवाला है, कोई हवाला ला के आराम से सवाल कर लें। इसमें आधी बात करके ये क्या है, ये ब्रेकें मार के बातें कर रहे हैं। ये अच्छी भली आपकी माशाल्लाह एज होगी। एक मोतबर इंसान जो है वो अच्छे तरीके से, साफ सीधे तरीके से बात करता है। ये नहीं कि आधी बात करके गुंजल मार के ट्रैप बना के बातें करना। सीधी साफ बात किया करें। एक पर्सनैलिटी की, इंटेग्रिटी की निशानी होती है। अच्छा, गुंजल बात करके गुंजल बात आप कर रहे हैं, तो कुरान में भी है कि सही और सीधी बात करो। आपसे सवाल क्या पूछा जा रहा है और 3 बार आपने जवाब क्या दिया है? ये बातें आप पर सेट आती है, जो आप इतराज मुझ पे लगा रहे हैं, ये तो आपके ऊपर लग रहा है। सवाल आप समझ गए अच्छी तरह।
میں سوال آپ کیا کا پوچھا، آپ دوست جواب کیا ہونے دے کے رہے ناطے ہیں؟ بات کر آپ رہا ہوں سیدھی بات کیوں نہیں کرتے؟ آپ قرآن اسی کے وقت خلاف آپ کو جا رہے یاد ہو۔ آئے گا کہ اس بندے نے اچھا کہا تھا مجھے، اس بندے نے میرا سوچ کے میرے سے خلوص نیت سے یہ بات کہی تھی. مجھے کیا بھلا ضرورت ہے کہ آپ کو نصیحت کرنے کی، صرف اس وجہ سے کہ میں ہر ایک کو تو میں یہ بات نہیں کرتا، آپ کو اس لیے کیونکہ آپ کی ایک پرسنالٹی تھی، ایک آپ کا ایک بات کرنے کا طریقہ تھا. لیکن بہرحال آپ کی مرضی ہے. اچھا تب وہ میرا طریقہ تھا، تو آپ دیکھیں میں نے کیا کوئی آپ سے آدھی بات بدتمیزی، کرتے ہیں گالی نا، گلوچ، پوری جھوٹ بات کریں، دیکھیں پوری زیادتی کی؟ بات کر کے جو سوال ہے وہ کریں، ٹھیک ہے. تو پھر میرا آپ کے سوال ہی سامنے میں پوچھا نا کہ آپ کو پتہ ہے یہ کلمے، یہ الفاظ، یہ جملے، یہ آدھی تحریر بات ہے کس نا کی یار، ہے؟ پوری بات آپ کو پتہ کہو ہے کہ کہ سب آپ کو کس نہیں کا ہے، پتا؟ تو پورا حوالہ پڑھ کے بات کریں. جو بات میں نے کی ہے وہ پورے جملے ہیں، تو آپ تو کہو کہ حوالہ سب پڑھ کے کریں نا، حوالہ کیوں پڑھو؟ حوالہ تو میں آپ سے پوچھنا چاہ رہا ہوں نا کہ حوالہ کس پڑھ کے کے الفاظ سوال ہیں؟ کریں، حوالہ پڑھ کے حاشیہ رہی نہیں کرنی، حوالہ پڑھ کے سوال کریں، بس دیٹس اٹ. نہیں آپ حوالہ نہ دیں، آپ شخصیت بتا دیں کہ یہ کس کے الفاظ تھے. یار پھر وہی میرا ہے، سوال یہ تھا. آپ ادھر ہی چلے، آپ کی مرضی ہے. تو آپ بتانا کیوں نہیں چاہ رہے؟ آپ سے شرمندگی کیوں فیل کر رہے؟ سیدھے سیدھے بتا دو، یا ہم سے کوئی سوال پوچھو، ہمیں پتا ہوگا، ہم فوراً جواب دیں گے کہ یہ تو فلاں صاحب کی بات ہے، یہ تو فلاں شخصیت کے الفاظ ہے، چلے یہ آپ تو پھر فلاں نبی کی بات ہے. اس گنجل میں آپ کیوں پھنسے رہے شرما ہیں. رہے ہو ان باتوں کو؟ اچھا چلو چلیں مسلم پھر وہ ٹھیک صاحب، ہے. شرماتے کیوں تو ہو؟ مسلم صاحب بہت کافی ہو بہت گیا. ہاں تو میں واقعی پھنس گیا جی، میں واقعی پھنس گیا. چلے اچھا جی، اللہ حافظ جی، جزاک اللہ. چلے کوئی میں بات نہیں، اجازت آپ سے دیتا ہوں. پھر بھی عزت سے پیش آئیں ہاں گے، جی اگرچہ آپ نے سوال کا جواب جانتے ہوئے بھی نہیں دینا چاہ رہے، کسی ٹھیک وجہ سے ہے، کوئی چلے شرمندگی کوئی فیل نہیں، کر رہے ہیں چلے یا سنیں کوئی کہ اور وجہ ہے. اچھا پھر مرزا اللہ صاحب حافظ، میرے اللہ خیال ہے حافظ. ناقابل دفاع ہو گئے نے. ٹروتھ سیکر اچھا میں اللہ سنیا حافظ کہہ رہے ہیں، ہن اللہ حافظ ہی کہہ دیو ہن تسی. نہیں یہ لاش تو حافظ ساڈا تے اللہ حافظ ہے. میں چلو کیا ہے ویکھو پھر یہ لاش نو تسی خدا نہیں منتے؟ جلاش دا مطلب او نہیں ہے جو تسی مطلب لیندے میں ہو، دا پوچھیا مطلب تینوں، ہے اور مطلب یار تو کو ٹھیک ہے تیرا مطلب، میں کوئی لا تیرے مطلب شریک، لا شریک، لا ٹروتھ سیکر، شریک، ٹروتھ لا سیکر شریک. میرا کوئی اے یار تو عربی جو دا مرضی لفظ منی ہے، جا. اے عربی دا لفظ ہے جدا مطلب ہے لا شریک. آہو یہ لاش ہے نا، آہو تے تہاڈا یہ لاش حافظ بری لا گل ہے شریک، لا شریک کتنا پیارا لفظ ہے. یار. یہ غلط ہے لفظ یہ لاش. جو ہر پیارا لفظ ہے وہ اللہ تعالیٰ نو اے بلونگ پیارا کردا. ہے کہ دوپر یار ہے اے جڑا یہ پیارا ہے، لاش پیارا ہے، پیارا لا ہے. تو پھر شریک میں پیارا آخیا ہے. تیرا یہ لاش حافظ برا آخیا صحیح آخیا؟ دیکھو میں تو وہ ٹھیک ہے، لیکن میں کہہ رہا کہ یہ اپنا مطلب بنا کے نہ گل کرو. میں کوئی اس مطلب نہیں واسطے کڈیا. میں بہتر ہے. کہڑا چلو مطلب اچھا کڈیا؟ ٹھیک ہے، تمہاری مرضی ہے. اچھا اللہ حافظ، اللہ حافظ. یہ لاش حافظ تمہارا، حافظ یہ لاش تمہارا. غلط نہیں ہے لفظ، کوئی بری گل کو گا لے چلو کے. اللہ اوکے حافظ، اللہ حافظ. اوکے جی، ٹروتھ سیکر حافظ صاحب، یہ یہ لاش لاش تمہارا، یہ ہو. حافظ یہ لاش تمہارا. اچھا یہ بولتے نہیں ہیں کدی، انہوں نے منہ جو سنیا نہیں ہے کہ آئی یہ لاش کرے، وہ یہ لاش ہماری دعا سن لے، اس طرح دے کدے سنیا نہیں انہوں نے منہ چوں. انہیں سن کے آخیا مینوں گالاں کڈن لا پے ہو. نہیں جس طرح اسی کہنے چلو یا اجازت اللہ دو، ایک بارش برسا، یا روایت اللہ پڑھی. معاف کر دے سانو، لیکن اس طرح کے لفظ بولتے نہیں ہیں قادیانی حضرات. کوئی گل نہیں، کوئی گل السلام علیکم. ڈیپینڈ کرتے رہے لیکن زبان تے نہیں لیاندے جس طرح اسی السلام اللہ علیکم. کہتے ہیں. تو مسلم صاحب ایک نہیں. منٹ، شاہ گل صاحب آئے کر ہیں، دیتے انہوں نے گل اچھا کرنی ہے. میں صرف یہ پوچھنا چاہتا ہوں، آج قادیانیوں کا کیا حال ہے؟ پاکستان کو جب عزت ملتی ہے تو قادیانیوں کا ماتم نہیں ہوتا؟ توے تے چڑھے ہاں نے وہ تپے 10 مرم تو وڈا بھی جلوس کر رہے ہیں شاہ صاحب، ہاں انہاں سے صبر دی دعا ہے. ہاں میں وہی کہہ رہا نا، انہوں کو والے تاج ماتم ہونا ہے کہ پاکستان کو عزت کیوں ملی. اللہ تعالیٰ سارے ملک اور وطن عزیز نو اور عزت دے ہاں، آج اور احترام دے، آج اور اللہ قادیانی تعالیٰ خوش نہیں من لگتا ہے. اگے ہی کیوں گھروں نہیں ہے. فرسٹریٹڈ ہو کے نکلتے ہیں. اج تے زیادہ ہی پمبل پوسے کھاندے نے، زیادہ ہی ٹینشن لے گئے. چلو ایک روایت پڑھنے ہیں، اختتام کی طرف پہنچنے ہیں. پڑھو. حضرت ابو طفیل کا عقیدہ. افضلیت علی لکھنا لینے علامہ محمد یاسین قادری سے لکھ دینے. حضرت ابو طفیل رضی اللہ عنہ ارشاد فرماتے ہیں کہ بے شک علی ابن ابی طالب علیہ السلام شیخین سے افضل ہیں. حوالہ امام ابن عبد البر، صفحہ نمبر 180 اور 181. صلوات علی محمد وعلی محمد، اللہم صلی علی محمد وعلی محمد. اللہ تعالیٰ تعالی اور ثانوی سلامت رکھے. ایک کال کدا ہے؟ تمام سینڈ کرنا ہے تو واٹس ایپ امام اور ابن عبد تمام البر سے پاکستان. بہت جی بات ہے.